सत श्री अकाल मेरे सारे दोस्तों, की हाल ने जी। उम्मीद करदा बिल्कुल ठीक होवोगे। तो अज आप लैके आए एफसी का जीके का लैक्चर। ठीक है जी, मैथ के लैक्चर तुहाडे कल लावांगे। तो जीके का लैक्चर अपना जीके के इस तो पहला अपने 6 तो 7 लैक्चर लग चुके हैं। तो कल मैथ तो रीजनिंग, कल जीके का लैक्चर नहीं होगा, कल मैथ तो रीजनिंग बस दोनों लैक्चर लगणगे कल। ठीक है, देखो पेपर अपना जो होना गा, पेपर अपना होना 10 मार्च तो बाद। ठीक है, क्योंकि 10 मार्च तो बाद इन्होंने पहला पेपर लै लेना अपना मई मूई के। इस तो बाद 2 महीने बाद रिजल्ट कट के फिर ये कहा जाके इन्होंने फिजिकल ट्रायल भी लैणगे अपने। ठीक है, तो हुण जी मेन मुद्दा है वो है कि तैयारी अपनी कोई चक्कर नहीं, तैयारी अपनी बहुत वधिया चल रही है। घबराया ना करो तुसीं, जो कि वीडियो एक अद्धा दिन लेट पैंदी है, मेरी जिम्मेदारी है सारा कुछ सानूं सिलेबस कंप्लीट करवाउण दी। ठीक है, तो लैक्चर अपने जो भी आप लैक्चर लगता अपना लैक्चर होंदा भी काफ़ी विग है, बड़ा होंदा लैक्चर अपना। ठीक है, तो हुण आप चलते हैं 165 तक आप ऑपरेशन कर लिए, आप टोटल 1500 ऑपरेशन की सीरीज लैके चले हैं, है ना। तो जो 165 हो गए अद्धे आप अज करांगे, तो बहुत ऑपरेशन कंप्लीट करवाऊंगा जो तुहाडे। मैं देखो जी ध्यान नाल, तो वीडियो को वध तो वध लाइक शेयर तो अपना जो सब्सक्राइब जरूर कर लिया करो, कहने की लोड़ ना पै करे चीज़ां। ठीक है, तो हुण जो मेन मुद्दा है अपना इहदा, तो चलो चलते हैं। इन्हां विच्चों कहते दसो कि फाइबर की मात्रा किस विच सब तो ज़्यादा हुंदी है। कहते दसो फाइबर की मात्रा सब तो ज़्यादा किस विच हुंदी है, ये चीज़ पुछ रहे हैं आपां तो। हुण सब तो पहलां तुहानूं दसदा कि फाइबर की चीज़ हुंदी है। फाइबर हुंदी है अपने हड्डियां वास्ते, हड्डियां मजबूत रखने वास्ते फाइबर की लोड़ पैंदी हुंदी है। ठीक है, लेकिन इन्हां 'ਚ सब तो ज़्यादा मात्रा किहड़ी हुंदी है, तुहानूं एक गल दसदा ਜਿਹਦੇ ਕਿਤੇ ਜਿਹੜੀ ਚੀਜ਼ ਦੇ ਵਿੱਚ ਵੀ ਫਾਈਬਰ ਜ਼ਿਆਦਾ ਹੋਊਗਾ, ਜਿਹੜੀ ਵੀ ਫਲ ਜਾਂ ਫਲ ਦੇ ਵਿੱਚ ਜਾਂ ਫਰੂਟ ਦੇ ਵਿੱਚ ਫਾਈਬਰ ਜ਼ਿਆਦਾ ਹੋਊਗਾ, ਉਹਦੇ ਵਿੱਚ ਰੇਸ਼ੇ ਹੋਣਗੇ ਜ਼ਿਆਦਾ ਹੋਣਗੇ ਰੇਸ਼ੇ ਕੀ ਹੁੰਦਾ ਕਿ ਮਤਲਬ ਜਿਵੇਂ ਹੁਣ ਆਪਾਂ ਸੰਤਰਾ ਖਾਂਦੇ ਹਾਂ, ਸੰਤਰਾ ਤੁਸੀਂ ਦੇਖਿਆ ਹੋਊਗਾ, ਸੰਤਰੇ ਵਿੱਚ ਕਿੰਨੇ ਉੱਪਰ ਉਹਦੇ ਉਹ ਹੁੰਦੇ ਹੈਗੇ ਧਾਗੇ ਜਿਹੇ ਲੱਗੇ ਹੁੰਦੇ ਜਿੰਨੇ ਉੱਪਰ। ਠੀਕ ਹੈ, ਤਾਂ ਉਹ ਤੋਂ ਅੰਦਾਜ਼ਾ ਲਾ ਲਓ। ਜਿਵੇਂ ਆਪਣੇ ਕੇਲਾ ਹੋ ਗਿਆ, ਕੇਲਾ ਨਹੀਂ ਕਿੰਨਾ ਸੰਘਣਾ ਹੁੰਦਾ, ਤਾਂ ਉਹ ਚੀਜ਼ ਜਿਹੜੀ ਰੇਸ਼ਿਆਂ ਵਾਲੀ ਚੀਜ਼ ਹੁੰਦੀ ਹੈ, ਕੋਈ ਵੀ ਰੇਸ਼ਿਆਂ ਵਾਲੀ ਚੀਜ਼ ਆ ਗਿਆ, ਰੇਸ਼ਿਆਂ ਵਾਲਾ ਫਲ ਫਰੂਟ ਆ ਗਿਆ, ਉਹਦੇ ਵਿੱਚ ਹਮੇਸ਼ਾ ਫਾਈਬਰ ਦੀ ਕੁਆਂਟੀਟੀ ਹੈ ਜਿਹੜੀ ਉਹ ਜ਼ਿਆਦਾ ਹੋਊਗੀ। ਹੁਣ ਇਹਨੇ ਪੁੱਛਿਆ ਫਾਈਬਰ, ਇਹਨਾਂ 'ਚੋਂ ਰੇਸ਼ੇ ਕਿਹਦੇ ਵਿੱਚ ਹੁੰਦੇ? ਗ੍ਰੇਪਸ ਦੇ ਵਿੱਚ ਤਾਂ ਰੇਸ਼ੇ ਹੁੰਦੇ ਨਹੀਂ, ਨਾ ਟੋਮੈਟੋ ਦੇ ਵਿੱਚ ਹੁੰਦੇ ਆ, ਨਾ ਚਿਲੀ ਦੇ ਵਿੱਚ ਹੁੰਦੇ। ਸਭ ਤੋਂ ਜ਼ਿਆਦਾ ਰੇਸ਼ੇ ਕਿਹਦੇ ਵਿੱਚ ਹੁੰਦੇ ਆ? ਔਰੇਂਜ ਦੇ ਵਿੱਚ ਹੁੰਦੇ ਆ। ਤਾਂ ਕਰਕੇ ਫਾਈਬਰ ਦੀ ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਹੁੰਦੀ ਹੈ ਇਹ ਔਰੇਂਜ ਹੁੰਦੀ ਹੈ। ਦੇਖੋ ਆਪਾਂ ਨਾਲ ਦੀਆਂ ਸਾਇੰਸ ਵੀ ਕੰਪਲੀਟ ਕਰਦੇ ਜਾ ਰਹੇ ਹਾਂ। ਠੀਕ ਹੈ, ਅਤੇ ਤੁਹਾਨੂੰ ਇੱਕ ਆਪਰੇਸ਼ਨ ਦੇ ਵਿੱਚ ਘੱਟੋ ਘੱਟ ਮੈਂ 7 ਤੋਂ 10 ਆਪਰੇਸ਼ਨ ਕਵਰ ਕਰਵਾਉਣਾ ਹੁੰਦਾ। ਠੀਕ ਹੈ, ਨਾਲ ਲਿਖ ਵੀ ਦਿੰਦਾ ਹੁੰਦਾ ਗਾ। ਦੇਖੋ ਹੁਣ ਧਿਆਨ ਨਾਲ ਸੁਣਨੀ, ਜਿਹੜੀ ਚੀਜ਼ ਥੱਲੇ ਲਿਖੀ ਹੁੰਦੀ ਤਾਂ ਜਮ੍ਹਾਂ ਨਹੀਂ ਛੱਡਣੀ। ਫਾਈਬਰ ਦੀ ਮਾਤਰਾ ਉਸ ਚੀਜ਼ ਵਿੱਚ ਹੁੰਦੀ ਹੈ ਜਿਸ ਵਿੱਚ ਰੇਸ਼ੇ ਬਹੁਤ ਜ਼ਿਆਦਾ ਹੁੰਦੇ ਹਨ। ਠੀਕ ਹੈ, ਪੇਪਰ ਵਿੱਚ ਕਦੇ ਨਹੀਂ ਪੁੱਛਿਆ ਜਾਊਗਾ ਕਿ ਰੇਸ਼ੇ ਕਿਹਦੇ ਵਿੱਚ ਜ਼ਿਆਦਾ ਹੁੰਦੇ ਆ। ਪੇਪਰ ਵਿੱਚ ਸਿਰਫ ਇਹ ਪੁੱਛਿਆ ਜਾਊਗਾ ਕਿ ਫਾਈਬਰ ਦੀ ਮਾਤਰਾ ਕਿਹਦੇ ਵਿੱਚ ਹੁੰਦੀ। ਜਿਵੇਂ ਤੁਹਾਨੂੰ ਇੱਥੇ ਸੰਤਰਾ ਦੇਤਾ, ਪੇਪਰ ਦੇ ਵਿੱਚ ਤੁਹਾਨੂੰ ਕੇਲਾ ਲਿਖਿਆ ਆ ਗਿਆ, ਤਾਂ ਤੁਸੀਂ ਕਹਿ ਦੋਗੇ ਯਾਰ ਕਿ ਸਾਨੂੰ ਤਾਂ ਉੱਥੇ ਸੰਤਰਾ ਪੜ੍ਹਾਇਆ ਗਿਆ ਸੀ, ਇੱਥੇ ਕੇਲਾ ਪੜ੍ਹਾਤਾ, ਕਿ ਹੁਣ ਅਸੀਂ ਕੀ ਕਰੀਏ। ਤਾਂ ਉੱਥੋਂ ਤੁਸੀਂ ਇਹ ਅੰਦਾਜ਼ਾ ਲਾ ਲਿਆ ਕਿ ਜਿਹੜੀ ਚੀਜ਼ ਦੇ ਵਿੱਚ ਰੇਸ਼ੇ ਸਭ ਤੋਂ ਜ਼ਿਆਦਾ ਹੁੰਦੇ ਆ, ਉਹ ਚੀਜ਼ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕਈ ਵਾਰ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੇਲਾ ਅਤੇ ਸੰਤਰਾ ਦੇਣ ਹੀ ਨਾ, ਹੋਰ ਕੋਈ ਚੀਜ਼ ਦੇ ਦੇਣ, ਉੱਥੇ ਤੁਸੀਂ ਆਪ ਅੰਦਾਜ਼ਾ ਲਾਉਣਾ ਕਿ ਜਿਹ 'ਚ ਰੇਸ਼ੇ ਵੱਧ ਹੈ। ਠੀਕ ਹੈ, ਜਿਵੇਂ ਕਿ ਕੇਲਾ ਸੰਤਰਾ ਆਦਿ। ਅਤੇ ਸੰਤਰਾ ਤਿਉਹਾਰ ਇਹ ਪ੍ਰਸ਼ਨ ਵੀ ਆ ਸਕਦਾ, ਪੇਪਰ ਦੇ ਵਿੱਚ ਆਇਆ ਹੋਇਆ, ਪਹਿਲਾਂ ਪਟਵਾਰੀ ਦੇ ਪੇਪਰ 'ਚ ਵੀ ਆਇਆ ਹੋਇਆ ਸ਼ਾਇਦ ਇਹ ਪੇਪਰ ਪ੍ਰਸ਼ਨ। ਕਹਿੰਦੇ ਜਿਹੜਾ ਸੰਤਰਾ ਤਿਉਹਾਰ ਹੁੰਦਾ ਗਾ, ਜਿਹਨੂੰ ਆਪਾਂ ਔਰੇਂਜ ਫੈਸਟੀਵਲ ਕਹਿ ਦਿੰਦੇ ਹਾਂ, ਔਰੇਂਜ ਫੈਸਟੀਵਲ ਕਹਿ ਦਿੰਦੇ। ਕਿੱਥੇ ਮਨਾਇਆ ਜਾਂਦਾ? ਇਹ ਨਾਗਪੁਰ ਦੇ ਵਿੱਚ ਮਨਾਇਆ ਜਾਂਦਾ। ਇਹ ਗੱਲ ਯਾਦ ਰੱਖਣੀ, ਸਭ ਤੋਂ ਜ਼ਿਆਦਾ ਸੰਤਰੇ ਵੀ ਨਾਗਪੁਰ ਦੇ ਵਿੱਚ ਹੁੰਦੇ ਆ। ਠੀਕ ਹੈ, ਕਿਤੇ ਕਿੰਨੂ ਸਭ ਤੋਂ ਜ਼ਿਆਦਾ ਕਿੱਥੇ ਹੁੰਦੇ ਆ? ਪੰਜਾਬ ਦੇ ਵਿੱਚ ਹੁੰਦੇ ਆ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਇੱਥੋਂ ਤੱਕ ਕਲੀਅਰ ਹੋ ਗਿਆ। ਸੰਤਰਾ ਤਿਉਹਾਰ ਵੀ ਕਰਵਾਤਾ, ਤੁਹਾਨੂੰ ਦੱਸ ਵੀ ਦਿੱਤਾ ਕਿ ਕਿਹੜੀ ਚੀਜ਼ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹੁਣ ਆਪਾਂ ਆਹ ਚੀਜ਼ਾਂ ਕਰਾਂਗੇ, ਇਹ ਸਾਇੰਸ ਦਾ ਮੇਨ ਟੌਪਿਕ ਹੈ, ਬਹੁਤ ਚੀਜ਼ਾਂ ਕਵਰ ਕਰਦੇ ਜਾਵਾਂਗੇ। ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਪੁੱਛਿਆ ਜਾਊਗਾ ਕਿ ਜਿਹੜਾ ਐਸੀਟਿਕ ਐਸਿਡ ਹੁੰਦਾ ਕਾਹਦੇ ਵਿੱਚ ਪਾਇਆ ਜਾਂਦਾ ਗਾ? ਇਹ ਪਾਇਆ ਜਾਂਦਾ ਵਿਨੇਗਰ। ਹੁਣ ਵਿਨੇਗਰ ਕੀ ਹੁੰਦਾ ਗਾ? ਵਿਨੇਗਰ ਹੁੰਦਾ ਸਿਰਕਾ, ਸਿਰਕੇ ਨੂੰ ਆਪਾਂ ਵਿਨੇਗਰ ਕਹਿ ਦਿੰਦੇ ਹਾਂ। ਸਿਟਰਿਕ ਐਸਿਡ ਪੁੱਛਿਆ ਜਾ ਸਕਦਾ ਕਿ ਲੈਮਨ ਅਤੇ ਔਰੇਂਜ। ਲੈਮਨ ਹੁੰਦਾ ਨਿੰਬੂ, ਔਰੇਂਜ ਸੰਤਰੇ ਅਤੇ ਨਿੰਬੂ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ? ਇਹਦੇ ਵਿੱਚ ਐਸਿਡ ਪਾਇਆ ਜਾਂਦਾ ਗਾ ਸਿਟਰਿਕ ਐਸਿਡ। ਠੀਕ ਹੈ ਜੀ, ਠੀਕ ਹੈ ਜੀ। ਅਤੇ ਸਿਟਰਿਕ ਐਸਿਡ ਕਿਹਦੇ 'ਚ? ਲੈਮਨ, ਨਿੰਬੂ ਅਤੇ ਸੰਤਰੇ ਵਿੱਚ ਜਿਹੜਾ ਪਾਇਆ ਜਾਂਦਾ ਸਿਟਰਿਕ ਐਸਿਡ ਪਾਇਆ ਜਾਂਦਾ ਖੱਟੀਆਂ ਚੀਜ਼ਾਂ ਦੇ ਵਿੱਚ। ਤੁਸੀਂ ਟ੍ਰਿਕ ਨਾਲ ਯਾਦ ਕਰ ਲਓ, ਜਿਹੜੀਆਂ ਖੱਟੀਆਂ ਚੀਜ਼ਾਂ ਹੁੰਦੀਆਂ ਆਪਾਂ ਸੱਟ ਦਿੰਦੇ ਹੁੰਦੇ ਹਾਂ। ਠੀਕ ਹੈ ਜੀ, ਖੱਟੀਆਂ ਚੀਜ਼ਾਂ ਹੁੰਦੀਆਂ ਆਪਾਂ ਸੱਟ ਦਿੰਦੇ ਹੁੰਦੇ ਹਾਂ, ਟ੍ਰਿਕ ਨਾਲ ਯਾਦ ਕਰ ਲਿਓ। ਹੁਣ ਮੇਨ ਚੀਜ਼ ਆ ਗਈ ਗ੍ਰੇਪਸ, ਅੰਗੂਰ। ਅੰਗੂਰਾਂ ਦੇ ਵਿੱਚ ਅਤੇ ਤਮਾਰਿੰਡ ਨਹੀਂ ਪੁੱਛਿਆ ਜਾਊਗਾ, ਗ੍ਰੇਪਸ ਪੱਕਾ ਪੁੱਛੇ ਜਾਣਗੇ ਪੇਪਰ ਦੇ ਵਿੱਚ। ਜਿਹੜੇ ਗ੍ਰੇਪਸ ਹੁੰਦੇ ਆਪਣੇ ਅੰਗੂਰ ਹੁੰਦੇ, ਇਹਨਾਂ 'ਚ ਕਿਹੜਾ ਐਸਿਡ ਹੁੰਦਾ? ਟਾਰਟਰਿਕ ਐਸਿਡ। ਠੀਕ ਹੈ, ਟਾਰਟਰਿਕ ਐਸਿਡ। ਇਸ ਤੋਂ ਬਾਅਦ ਜਿਹੜੇ ਕਹਿੰਦੇ ਆਪਣੇ ਖੱਟੇ ਫਰੂਟ ਹੁੰਦੇ ਆ, ਆਲ ਸਿਟਰਸ। ਠੀਕ ਹੈ, ਸਿਟਰਸ ਇਹ ਨਿੰਬੂ ਦੀ ਪ੍ਰਜਾਤੀ ਦੇ ਵਿੱਚ ਹੀ ਆ ਜਾਂ ਜਿੰਨੇ ਵੀ ਆਪਣੇ ਖੱਟੇ ਫਲ ਹੁੰਦੇ ਆ, ਉਹਦੇ ਵਿੱਚ ਕਹਿੰਦੇ ਐਸਕੋਰਬਿਕ ਐਸਿਡ ਵੀ ਹੁੰਦਾ ਗਾ।
ठीक है, विटामिन सी कहते हैं जिन्होंने ਆਪਾਂ। ਹੁਣ ਬੱਚੇ ਇਹਦੇ 'ਚ ਉਲਝਣਗੇ ਦੋਨਾਂ ਦੇ ਵਿੱਚ। ਦੇਖੋ ਇਹਦੇ ਵਿੱਚ ਜੇ ਤੁਹਾਨੂੰ ਪ੍ਰਸ਼ਨ ਆ ਗਿਆ ਤਾਂ ਜੇ ਤਾਂ ਪੁੱਛ ਲਿਆ ਉਹਨਾਂ ਨੇ ਕਿ ਇਹਨਾਂ ਵਿੱਚੋਂ ਕਿਹਦੇ ਵਿੱਚ ਐਸਕੋਰਬਿਕ ਐਸਿਡ ਹੁੰਦਾ ਜਾਂ ਵਿਟਾਮਿਨ ਹੁੰਦਾ, ਫਿਰ ਆਪਾਂ ਆਲ ਫਰੂਟ ਸਿਟਰਸ ਲਿਖਾਂਗੇ। ਜੇ ਉਹਨਾਂ ਨੇ ਆਪਾਂ ਤੋਂ ਲੈਮਨ ਜੇ ਔਰੇਂਜ ਦਾ ਇਕੱਲਾ ਪੁੱਛ ਲਿਆ ਤਾਂ ਆਪਾਂ ਸਿਟਰਿਕ ਐਸਿਡ ਹੀ ਆਨਸਰ ਲਾ ਕੇ ਆਵਾਂਗੇ। ਠੀਕ ਹੈ, ਇਸ ਤੋਂ ਬਾਅਦ ਪੁੱਛਿਆ ਜਾਂਦਾ ਹੁੰਦਾ ਗਾ ਮਿਲਕ ਦੇ ਵਿੱਚ ਅਤੇ ਜੋਗਹਾਟ ਮੈਨੂੰ ਵੀ ਨਹੀਂ ਪਤਾ ਕੀ ਹੁੰਦਾ ਭਾਈ, ਇਹ ਸਾਇੰਸ ਦੀ ਲੈਂਗੁਏਜ ਹੈ। ਮਿਲਕ ਜ਼ਿਆਦਾ ਸਭ ਤੋਂ ਪੁੱਛਿਆ ਜਾਊਗਾ ਮਿਲਕ ਦੇ ਵਿੱਚ। ਜਿਹੜਾ ਮਿਲਕ ਹੁੰਦਾ ਦੁੱਧ ਦੇ ਵਿੱਚ ਕਿਹੜਾ ਹੁੰਦਾ ਗਾ ਆਪਣੇ ਲੈਕਟਿਕ ਐਸਿਡ ਹੁੰਦਾ। ਵੈਰੀ 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 ਇੰਪੋਰਟੈਂਟ ਹੈਗਾ। ਦੁੱਧ ਨਾਲ ਰਿਲੇਟਡ ਕਿੱਥੇ ਵੀ ਚੀਜ਼ ਆ ਗਈ ਉੱਥੇ ਲੈਕਟਿਕ ਐਸਿਡ ਹੀ ਆਊਗਾ। ਠੀਕ ਹੈ, ਇਸ ਤੋਂ ਬਾਅਦ ਪੁੱਛਿਆ ਜਾਂਦਾ ਐਪਲ ਐਂਡ ਪੀਅਰਸ। ਐਪਲ ਸੇਬ ਸਿਓ ਜਿਹਨੂੰ ਪੰਜਾਬੀ 'ਚ ਸਿਓ ਕਹਿ ਦਿੰਦੇ ਆਪਾਂ, ਇਹਦੇ ਵਿੱਚ ਕਿਹੜਾ ਐਸਿਡ ਹੁੰਦਾ, ਇਹਦੇ ਵਿੱਚ ਹੁੰਦਾ ਮੈਲਿਕ ਐਸਿਡ। ਵੈਰੀ 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 ਇੰਪੋਰਟੈਂਟ ਹੈ। ਮੈਲਿਕ ਐਸਿਡ ਹੁੰਦਾ ਕਾਹਦੇ ਵਿੱਚ, ਐਪਲ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਐਂਟ ਸਟਿੰਗ, ਜਿਹੜੀ ਆਪਣੀ ਕੀੜੀ ਹੁੰਦੀ ਹੈ, ਕੀੜੀ ਆਪਾਂ ਨੂੰ ਡੰਗ ਲਾਉਂਦੀ ਹੈ, ਕੀੜੀ ਦਾ ਜਿਹੜਾ ਉਹ ਮੂਹਰੇ ਜਿਹਦੇ ਆਪਾਂ ਨੂੰ ਡੰਗਦੀ ਹੈ ਉਹਦੇ 'ਚੋਂ ਕਿਹੜਾ ਐਸਿਡ ਨਿਕਲਦਾ, ਵੈਰੀ 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 ਇੰਪੋਰਟੈਂਟ ਹੈ ਫਾਰਮਿਕ ਐਸਿਡ। ਤੁਹਾਨੂੰ 30 ਨੰਬਰ ਜਿਹੜੀ ਜੀ ਕੇ ਆਉਣੀ ਹੈ ਮੇਰੇ ਜਿਹੜੀ ਮੈਂ ਸੀਰੀਜ਼ 'ਚ ਕਰਵਾ ਰਿਹਾ ਇਹ ਤੋਂ ਬਾਅਦ ਤੁਹਾਨੂੰ ਪ੍ਰਸ਼ਨ ਨਹੀਂ ਆਊਗਾ। ਠੀਕ ਹੈ, ਇਹਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਮਿਲਣਗੇ, ਇਨਫੋਰਮੇਸ਼ਨ 'ਚੋਂ ਜ਼ਿਆਦਾ ਮਿਲਣਗੇ। ਠੀਕ ਹੈ, ਇਹ ਗੱਲ ਯਾਦ ਰੱਖਣੀ, ਇਨਫੋਰਮੇਸ਼ਨ ਦਾ ਭੁੱਲ ਕੇ ਵੀ ਨਹੀਂ ਛੱਡਣੀ। ਠੀਕ ਹੈ, ਹੁਣ ਪਤਾ ਲੱਗ ਗਿਆ। ਵਿਨੇਗਰ ਸਿਰਕਾ ਹੋ ਗਿਆ, ਲੈਮਨ ਅਤੇ ਔਰੇਂਜ ਸਿਟਰਿਕ ਐਸਿਡ ਪਾਇਆ ਜਾਂਦਾ ਹੈ, ਗ੍ਰੇਪਸ ਦੇ ਵਿੱਚ ਟਾਰਟਰਿਕ ਐਸਿਡ ਪਾਇਆ ਜਾਂਦਾ, ਆਲ ਸਿਟਰਸ ਫਰੂਟ ਦੇ ਵਿੱਚ ਐਸਕੋਰਬਿਕ ਐਸਿਡ ਪਾਇਆ ਜਾਂਦਾ, ਲੈਕਟਿਕ ਮਿਲਕ ਦੇ ਵਿੱਚ ਲੈਕਟਿਕ, ਐਪਲ ਦੇ ਵਿੱਚ ਮੈਲਿਕ ਅਤੇ ਐਂਟ ਸਟਿੰਗ ਦੇ ਵਿੱਚ ਫਾਰਮਿਕ ਐਸਿਡ ਪਾਇਆ ਜਾਂਦਾ। ਇਹ ਸਾਰੇ ਚੰਗੀ ਤਰ੍ਹਾਂ ਯਾਦ ਕਰ ਲਿਓ। ਜ਼ਰੂਰੀ ਨਹੀਂ ਕਿ ਇਕੱਲਾ FCA ਦੇ ਪੇਪਰ ਵਾਸਤੇ ਜ਼ਰੂਰੀ ਹੈ, ਚੰਡੀਗੜ੍ਹ ਪੁਲਿਸ ਵਾਸਤੇ ਟੂ ਮੱਚ ਜ਼ਰੂਰੀ ਹੈ, ਟੂ ਮੱਚ। ਠੀਕ ਹੈ, ਇਹ ਗੱਲ ਯਾਦ ਰੱਖਣਾ। ਜਿਹੜੇ ਬੱਚੇ ਚੰਡੀਗੜ੍ਹ ਪੁਲਿਸ ਦੀ ਤਿਆਰੀ ਕਰਦੇ ਲੈਕਚਰ ਲਾ ਲਓ, ਤੁਹਾਡਾ ਪੇਪਰ ਕਲੀਅਰ ਹੋਣ ਦੇ ਫੁੱਲ ਚਾਂਸ ਨੇ, ਹੋ ਹੀ ਜਾਊਗਾ। ਠੀਕ ਹੈ, ਪਰ ਚੀਜ਼ ਕੋਈ ਮਿਸ ਨਹੀਂ ਕਰਨੀ। ਕਹਿੰਦੇ ਦੁਨੀਆ ਦਾ ਸਭ ਤੋਂ ਛੋਟਾ ਪੰਛੀ ਕਿਹੜਾ ਹੈਗਾ, ਦੁਨੀਆ ਦਾ ਸਭ ਤੋਂ ਛੋਟਾ ਪੰਛੀ ਕਿਹੜਾ ਹੈ, ਸਪੈਰੋ, ਪੈਰਟ, ਹਮਿੰਗਬਰਡ, ਸਵਿਫਟ। ਤਾਂ ਜਿਹੜੇ ਕੈਂਡੀਡੇਟਾਂ ਨੇ ਇਹਦਾ ਆਨਸਰ ਲਾਇਆ ਹੈਗਾ ਹਮਿੰਗਬਰਡ, ਤਾਂ ਇਹ ਆਨਸਰ ਬਿਲਕੁਲ ਸਹੀ ਹੈ। ਦੁਨੀਆ ਦਾ ਸਭ ਤੋਂ ਛੋਟਾ ਪੰਛੀ ਹੈ ਇਹ ਪੇਪਰ ਦੇ ਵਿੱਚ, ਪੰਜਾਬ ਦੇ ਪੇਪਰਾਂ 'ਚ ਵੀ ਇਹ ਪ੍ਰਸ਼ਨ ਆਈ ਵਾਰ ਆਇਆ ਵਾ ਹੁੰਦਾ ਗਾ। ਦੇਖੋ ਹੁਣ ਧਿਆਨ ਨਾਲ ਚੀਜ਼ਾਂ ਪੜ੍ਹਨੀਆਂ ਆਪਾਂ 2-3। ਕਹਿੰਦੇ ਇਹ ਸਭ ਤੋਂ ਛੋਟਾ ਪੰਛੀ ਹੈ ਕਿਹੜਾ, ਹਮਿੰਗਬਰਡ ਆ ਜਿਹੜਾ ਇਹ ਸਭ ਤੋਂ ਛੋਟਾ ਪੰਛੀ ਹੈ ਅਤੇ ਉਲਟਾ ਉੱਡਦਾ ਗਾ। ਜਿਵੇਂ ਸਾਰੇ ਪੰਛੀ ਤਾਂ ਦੇਖੋ ਆਹ ਹਮਿੰਗਬਰਡ ਦੀ ਫੋਟੋ ਹੈ, ਸਾਰੇ ਪੰਛੀ ਤਾਂ ਅੱਗੇ ਨੂੰ ਉੱਡਦੇ ਆ ਪਰ ਇਹ ਪਿੱਛੇ ਨੂੰ ਉੱਡਦਾ ਗਾ। ਪੁੱਛਿਆ ਜਾ ਸਕਦਾ ਕਿ ਜਿਹੜਾ ਹਮਿੰਗਬਰਡ ਹੈ ਕਿਹੜੀ ਦਿਸ਼ਾ ਵੱਲ ਉੱਡਦਾ, ਇਹ ਉਲਟ ਦਿਸ਼ਾ ਵੱਲ ਉੱਡਦਾ ਗਾ। ਠੀਕ ਹੈ, ਇਸ ਤੋਂ ਬਾਅਦ ਜੇ ਆਪਾਂ ਨੂੰ ਪੁੱਛਣਾ ਕਿ ਸਭ ਤੋਂ ਤੇਜ਼ ਪੰਛੀ ਉੱਡਣ ਵਾਲਾ ਕਿਹੜਾ ਹੈ, ਤਾਂ ਸਭ ਤੋਂ ਤੇਜ਼ ਪੰਛੀ ਹੈਗਾ ਆਪਣਾ ਸਵਿਫਟ। ਹੁਣ ਆਪਣੇ ਸਵਿਫਟ ਗੱਡੀਆਂ ਤੁਸੀਂ ਦੇਖੀਆਂ ਹੋਣਗੀਆਂ, ਸਵਿਫਟ ਗੱਡੀਆਂ ਦਾ ਨਾਮ ਉਹਨਾਂ ਨੇ ਇਹ ਵੀ ਨਹੀਂ ਧਰਤਾ ਕਿ ਸਵਿਫਟ ਦਾ ਨਾਮ ਧਰਿਆ ਉਹਨਾਂ ਨੇ। ਸਵਿਫਟ ਜਿਹੜਾ ਆਪਣਾ ਪੰਛੀ ਹੈ ਸਭ ਤੋਂ ਤੇਜ਼ ਪੰਛੀ ਹੈ, ਇਹਦੇ ਨਾਂ 'ਤੇ ਇਹਨੇ ਸਵਿਫਟ ਗੱਡੀ ਦਾ ਨਾਮ ਧਰਿਆ ਹੋਇਆ ਕੰਪਨੀ ਨੇ। ਠੀਕ ਹੈ, ਅਤੇ ਸਭ ਤੋਂ ਵੱਡਾ ਅੰਡਾ ਕਿਹਦਾ ਹੁੰਦਾ, ਸ਼ਤਰਮੁਰਗ ਦਾ। ਅਤੇ ਜਿਹੜਾ ਸ਼ਤਰਮੁਰਗ ਦਾ ਅੰਡਾ ਹੁੰਦਾ ਇਹਨੂੰ ਸਭ ਤੋਂ ਵੱਡਾ ਸ਼ੈੱਲ ਵੀ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ, ਸਭ ਤੋਂ ਵੱਡਾ ਸ਼ੈੱਲ ਕਿਹੜਾ ਹੁੰਦਾ, ਸ਼ਤਰਮੁਰਗ ਦਾ ਅੰਡਾ। ਜੇ ਸ਼ੈੱਲ ਤੋਂ ਆਨਸਰ ਆ ਗਿਆ ਤਾਂ ਸ਼ਤਰਮੁਰਗ ਦਾ ਅੰਡਾ ਸਭ ਤੋਂ ਵੱਡਾ ਸ਼ੈੱਲ ਹੈ। ਜੇ ਪੁੱਛ ਲਿਆ ਕਿ ਸਭ ਤੋਂ ਵੱਡਾ ਅੰਡਾ ਕਿਹਦਾ ਹੁੰਦਾ, ਸ਼ਤਰਮੁਰਗ ਦਾ। ਠੀਕ ਹੈ, ਆਹ ਹਮਿੰਗਬਰਡ ਦਾ ਧਿਆਨ ਨਾਲ ਦੇਖ ਲਓ, ਸੋਹਣਾ ਗਾ। ਇਸ ਤੋਂ ਬਾਅਦ ਅੱਗੇ ਕਹਿੰਦੇ ਇਲਾਹਾਬਾਦ ਦਾ ਕਿਲ੍ਹਾ ਕਿਸ ਨੇ ਬਣਾਇਆ ਸੀ, ਇਲਾਹਾਬਾਦ ਫੋਰਟ ਕਿਸ ਨੇ ਬਣਾਇਆ ਸੀ, ਫਿਰੋਜ਼ ਸ਼ਾਹ ਤੁਗਲਕ, ਛਤਰਪਤੀ ਸ਼ਿਵਾਜੀ ਮਹਾਰਾਜ, ਜਲਾਊਦੀਨ ਅਕਬਰ ਕਿ ਲਾਰਡ ਵੈਲਜ਼ਲੀ। ਤਾਂ ਇਹ ਬਣਾਇਆ ਸੀ ਆਪਣਾ ਭਾਈ ਸੀ ਆਪਸ਼ਨ ਨੇ ਬਣਾਇਆ ਸੀ, ਜਲਾਲੂਦੀਨ ਅਕਬਰ ਨੇ ਬਣਾਇਆ ਸੀ ਇਹ ਕਿਹੜਾ, ਇਲਾਹਾਬਾਦ ਦਾ ਕਿਲ੍ਹਾ। ਆਹ ਫੋਟੋ ਭਾਈ ਇਲਾਹਾਬਾਦ ਦੇ ਕਿਲ੍ਹੇ ਦੀ, ਦੇਖ ਲਓ ਬਹੁਤ ਸੋਹਣਾ ਕਿਲ੍ਹਾ, ਦੇਖਣ ਵਾਲੀਆਂ ਚੀਜ਼ਾਂ ਇਹ ਜਿਹੀਆਂ। ਠੀਕ ਹੈ, ਨੌਕਰੀ ਲੱਗੋ ਅਤੇ ਫਿਰ ਘੁੰਮ ਫਿਰ ਕੇ ਆਇਓ। ਠੀਕ ਹੈ, ਅਤੇ ਚਲੋ ਭਾਰਤ ਦੇ ਵਿੱਚ ਬਣਿਆ ਪਹਿਲਾ ਕੰਪਿਊਟਰ ਕਿਹੜਾ ਹੈਗਾ, ਇੰਡੀਜੀਨੀਅਸ ਵੀ ਲਿਖਿਆ ਆ ਸਕਦਾ ਹੈਗਾ। ਇੰਡੀਆ ਦਾ ਫਸਟ ਇੰਡੀਜੀਨਸ ਕੰਪਿਊਟਰ ਕਿਹੜਾ ਹੈਗਾ, ਸਿਧਾਰਥ, ਆਕਾਸ਼, ਪਰਮ, ਐਨਾਲਿਟਿਕ। ਠੀਕ ਹੈ, ਤਾਂ ਇਹ ਹੈਗਾ ਭਾਈ ਆਪਣਾ ਸਿਧਾਰਥ। ਠੀਕ ਹੈ, ਸਿਧਾਰਥ ਹੈ ਜਿਹੜਾ ਆਪਣਾ ਇਹ ਭਾਰਤ ਦੇ ਵਿੱਚ ਪਹਿਲਾ ਕੰਪਿਊਟਰ ਜਿਹੜਾ ਭਾਰਤ ਦੇ ਵਿੱਚ ਬਣਾਇਆ ਗਿਆ ਸੀ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਕਹਿੰਦੇ ਸਿੰਧੂ ਘਾਟੀ ਦੀ ਸੱਭਿਅਤਾ ਦੀ ਸਭ ਤੋਂ ਵੱਡੀ ਸਾਈਟ ਕਿਹੜੀ ਹੈ, ਸਭ ਤੋਂ ਵੱਡੀ ਸਾਈਟ ਕਿਹਾ, ਇਹਨਾਂ ਨੇ ਸਿਟੀ ਨਹੀਂ ਕਿਹਾ। ਸਾਈਟ ਅਤੇ ਸਿਟੀ ਇਹ ਦੋਨੇ ਚੀਜ਼ਾਂ ਨੂੰ ਜਦੋਂ ਪ੍ਰਸ਼ਨ ਪੜ੍ਹਨਾ ਧਿਆਨ ਨਾਲ ਦੇਖੋ ਕਿ ਸਿਟੀ ਲਿਖਿਆ ਹੋਇਆ ਜਾਂ ਸਾਈਟ ਲਿਖਿਆ ਹੋਇਆ, ਇੱਥੇ ਪ੍ਰਸ਼ਨ ਗਲਤ ਕਰਨਾ ਆਪਾਂ। ਰਾਖੀ ਕਿਹੜੀ, ਮੋਹਨਜੋਦੜੋ, ਹੜੱਪਾ, ਧੌਲਗਿਰੀ। ਇੱਥੇ ਬਾਹਲੇ ਬੱਚੇ ਆਨਸਰ ਲਾ ਕੇ ਆਉਣਗੇ ਬੀ ਆਪਸ਼ਨ 'ਤੇ, ਪਰ ਬੀ ਨੰਬਰ ਆਪਸ਼ਨ ਬਿਲਕੁਲ ਗਲਤ ਹੈ। ਉਹਨਾਂ ਨੇ ਪੁੱਛਿਆ ਸਭ ਤੋਂ ਵੱਡੀ ਸਾਈਟ ਅਤੇ ਸਿਟੀ, ਇਹ ਦੋਨੇ ਚੀਜ਼ਾਂ ਦਾ ਪ੍ਰਸ਼ਨ ਦਾ ਉੱਤਰ ਬਦਲ ਜੂਗਾ।
ਸਾਈਟ ਤਾਂ ਉਹ ਹੁੰਦੀ ਜਿਹਦੇ ਵਿੱਚ ਮਤਲਬ ਜਿਵੇਂ ਇੱਕ ਕਸਬਾ ਆ ਜਾਂਦਾ ਜਿਹਦੇ ਵਿੱਚ ਜ਼ਿਆਦਾ ਵਸੋਂ ਹੁੰਦੀ ਹੈ, ਜ਼ਿਆਦਾ ਪਿੰਡ ਆ ਜਾਂਦੇ ਆ। ਜਿਵੇਂ ਆਪਣਾ ਬਠਿੰਡਾ ਜ਼ਿਲ੍ਹਾ ਲਾ ਲਓ, ਬਠਿੰਡੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਪਿੰਡ ਹੈ। ਜੇ ਆਪਾਂ ਸੰਗਰੂਰ ਦੇਖੀਏ, ਸੰਗਰੂਰ ਦੇ ਵਿੱਚ ਬਠਿੰਡੇ ਨਾਲੋਂ ਘੱਟ ਪਿੰਡ ਹੈ, ਠੀਕ ਹੈ। ਉਸੇ ਤਰ੍ਹਾਂ ਹੀ ਸਾਈਟ ਹੁੰਦੀ ਹੈ, ਠੀਕ ਹੈ। ਅਤੇ ਜੇਕਰ ਸਭ ਤੋਂ ਵੱਡੀ ਸਾਈਟ ਪੁੱਛ ਲਿਆ, ਇਹ ਹੈਗੀ ਆਪਣੀ ਰਾਖੀਗੜ੍ਹੀ। ਸਭ ਤੋਂ ਵੱਡੀ ਸਾਈਟ ਰਾਖੀਗੜ੍ਹੀ ਹੈ। ਜੇ ਤੇ ਪੁੱਛ ਲੈਂਦੇ ਸਭ ਤੋਂ ਵੱਡੀ ਸਿਟੀ ਕਿਹੜੀ ਹੈ, ਤਾਂ ਉਹ ਆਨਸਰ ਆਊਗਾ ਆਪਣਾ ਮੋਹਨਜੋਦੜੋ, ਠੀਕ ਹੈ। ਸਾਈਟ ਰਾਖੀਗੜ੍ਹੀ ਅਤੇ ਸਿਟੀ ਮੋਹਨਜੋਦੜੋ। ਆਹ ਸੁਣ ਲਓ ਹੁਣ ਧਿਆਨ ਨਾਲ। ਜੇਕਰ ਉਹਨਾਂ ਨੇ ਸਭ ਤੋਂ ਵੱਡੀ ਸਿਟੀ ਕਿਹਾ ਹੈ ਤਾਂ ਇਸ ਦਾ ਆਨਸਰ ਮੋਹਨਜੋਦੜੋ ਹੀ ਹੋਵੇਗਾ। ਦੂਸਰੀ ਗੱਲ ਇਹ ਹੈ ਕਿ ਸਭ ਤੋਂ ਵੱਡਾ ਇਸ਼ਨਾਨ ਘਰ ਵੀ ਮੋਹਨਜੋਦੜੋ ਦੇ ਵਿੱਚ ਪਾਇਆ ਗਿਆ ਗਾ, ਠੀਕ ਹੈ। ਅਤੇ ਕਾਲੀ ਵੰਗਣ ਕਿੱਥੇ ਹੈ? ਰਾਜਸਥਾਨ ਦੇ ਵਿੱਚ ਹੈ। ਮੋਹਨਜੋਦੜੋ ਦੇ ਵਿੱਚ 3 ਮੁੱਖ ਵਾਲੀ ਦੇਵਤਾ ਦੀ ਮੂਰਤੀ ਮਿਲੀ ਹੈ, ਉਹਦੇ 3 ਮੂੰਹ ਸੀ ਮੂਰਤੀ ਦੇ, ਠੀਕ ਹੈ। ਜਿਹਦੇ ਵਿੱਚ ਉਸਦੇ ਚਾਰੇ ਪਾਸੇ ਹਾਥੀ, ਗੈਂਡਾ, ਚੀਤਾ, ਭੈਂਸਾ ਕਹਿੰਦੇ ਨੇ, ਜਿਹਨੂੰ ਆਪਾਂ ਸਾਹਣ ਕਹਿੰਦੇ ਹੁੰਦੇ, ਭੈਂਸਾ ਵੀ ਵਿਰਾਜਮਾਨ ਹਨ। ਕਈ ਵਾਰੀ ਉਹ ਪੁੱਛ ਲੈਂਦੇ ਕਿ ਹਾਥੀ ਵੀ ਦੇ ਦੇਣਗੇ, ਗੈਂਡਾ ਦੇ ਦੇਣਗੇ, ਭੈਂਸ ਦੇ ਦੇਣਗੇ, ਜਾਂ ਇੱਕ ਅੱਧੀ ਚੀਜ਼ ਇੱਥੇ ਸ਼ੇਰ ਲਿਖ ਦੇਣਗੇ, ਠੀਕ ਹੈ। ਤਾਂ ਤੂੰ ਪੁੱਛ ਸਕਦੇ ਕਿ ਨਾ ਜੋ ਕਿਹੜਾ ਨਹੀਂ ਹੈਗਾ, ਜਿਹੜੇ 3 ਦੇਵਤਾ, ਜਿਹੜੀ 3 ਮੁੱਖ ਵਾਲੀ ਮੂਰਤੀ ਉਹਦੇ ਵਿੱਚ ਹੈ ਨਹੀਂ। ਤਾਂ ਇਹ ਜਿਹੇ ਪ੍ਰਸ਼ਨ SSC ਅਤੇ FCA ਜ਼ਿਆਦਾ ਪਾਉਂਦੇ, ਕਿਉਂਕਿ FCA 'ਤੇ ਜ਼ਿਆਦਾ ਪੈਟਰਨ SSC ਨਾਲ ਹੀ ਮੇਲ ਖਾਊਗਾ, ਸੈਂਟਰ ਦੇ ਪੇਪਰ ਨਾਲ ਹੀ ਮੇਲ ਖਾਊਗਾ ਇਹਨਾਂ ਦਾ, ਠੀਕ ਹੈ, ਕਿਉਂਕਿ ਪੋਸਟ ਹੀ ਸੈਂਟਰ ਦੀ ਹੈ। ਇਸ ਤੋਂ ਬਾਅਦ ਪ੍ਰਸ਼ਨ ਆਉਂਦੀ ਫੁੱਲ ਚਾਂਸ ਕਿ ਸਿੰਧੂ ਸੱਭਿਅਤਾ ਦੇ ਲੋਕਾਂ ਦਾ ਮੁੱਖ ਫਸਲ ਕੀ ਸੀ? ਮੁੱਖ ਫਸਲ ਕਿਹੜੀ ਸੀ ਉਹਨਾਂ ਦੀ? ਕਣਕ ਅਤੇ ਜਿਉਂ, ਠੀਕ ਹੈ। ਮੁੱਖ ਫਸਲ ਸੀ ਉਹਨਾਂ ਦੀ ਕਣਕ ਅਤੇ ਜਿਉਂ। ਉਹ ਲੋਕ ਮਿਠਾਸ ਲਈ ਸ਼ਹਿਦ ਦੀ ਵਰਤੋਂ ਕਰਦੇ ਸਨ। ਪੁੱਛਿਆ ਜਾਊਗਾ ਜਿਹੜੇ ਇਹ ਲੋਕ ਸੀ, ਠੀਕ ਹੈ, ਇਹ ਮਿਠਾਸ ਦੇ ਲਈ ਕਾਹਦੀ ਵਰਤੋਂ ਕਰਦੇ ਸਨ? ਤਾਂ ਇਹ ਮਿਠਾਸ ਵਾਸਤੇ, ਜਿਵੇਂ ਹੁਣ ਆਪਾਂ ਖੰਡ ਪਾ ਲੈਂਦੇ ਹਾਂ, ਤਾਂ ਉਹ ਟਾਈਮਾਂ ਦੇ ਵਿੱਚ ਇਹ ਮਿਠਾਸ ਵਾਸਤੇ ਸ਼ਹਿਦ ਦੀ ਵਰਤੋਂ ਕਰਦੇ ਸਨ, ਠੀਕ ਹੈ। ਸ਼ਹਿਦ ਨੂੰ ਆਪਾਂ ਹਨੀ ਵੀ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਸਿੱਧੂ ਘਾਟੀ ਦੇ ਲੋਕਾਂ ਨੂੰ ਕਿਸ ਧਾਤ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਸੀ, ਉਹਨੂੰ ਲੋਹਾ ਧਾਤੂ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ। ਉਹ ਸਿੱਧੂ ਘਾਟੀ ਦੇ ਲੋਕਾਂ ਨੂੰ ਉਹਨੂੰ ਪਤਾ ਹੀ ਨਹੀਂ ਸੀ ਕਿ ਲੋਹਾ ਵੀ ਕੋਈ ਧਾਤ ਹੁੰਦੀ ਹੈ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈ? ਜਿਹੜਾ ਆਪਣਾ ਸੂਰਜ ਹੈ ਉਹਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈਗਾ? ਵੀਨਸ, ਅਰਥ, ਮਾਰਸ, ਮਰਕਰੀ, ਠੀਕ ਹੈ। ਵੀਨਸ, ਅਰਥ, ਮਾਰਸ, ਮਰਕਰੀ। ਦੱਸੋ ਕਿਹੜਾ ਜੀ? ਅਤੇ ਸਭ ਤੋਂ ਨੇੜਲਾ ਹੈਗਾ ਆਪਣਾ C ਨੰਬਰ ਆਪਸ਼ਨ, ਮਾਰਸ। ਮਾਰਸ ਨੂੰ ਵੀ ਆਪਾਂ ਬੁੱਧ ਗ੍ਰਹਿ ਦੇ ਨਾਂ ਨਾਲ ਜਾਣਦੇ ਹਾਂ। ਅਤੇ ਇਹ ਸੂਰਜ ਦੇ ਦੁਆਲੇ 88 ਦਿਨਾਂ ਦੇ ਵਿੱਚ ਆਪਦਾ ਚੱਕਰ ਪੂਰਾ ਕਰਦੇ। ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ ਕਿ ਜਿਹੜਾ ਬੁੱਧ ਗ੍ਰਹਿ ਹੈਗਾ ਜਾਂ ਮਾਰਸ ਗ੍ਰਹਿ ਹੈਗਾ, ਸੂਰਜ ਦੇ ਦੁਆਲੇ ਕਿੰਨੇ ਦਿਨਾਂ ਵਿੱਚ ਆਪਦਾ ਚੱਕਰ ਪੂਰਾ ਕਰਦਾ? ਕਿਉਂਕਿ 88 ਦਿਨਾਂ 'ਚ ਚੱਕਰ ਪੂਰਾ ਕਰਦਾ, ਕਿਉਂਕਿ ਸਭ ਤੋਂ ਨੇੜੇ ਆ। ਜਿਵੇਂ ਆਹ ਦੇਖੋ, ਆਹ ਦਿਖਾਉਣਾ ਤੁਹਾਨੂੰ, ਆਹ ਦੇਖੋ, ਹੁਣ ਸਭ ਤੋਂ ਨੇੜੇ ਆਹੀ ਹੈਗਾ, ਤਾਂ ਫਿਰ ਇਹੀ ਚੱਕਰ ਪਹਿਲਾਂ ਪੂਰਾ ਕਰੂਗਾ। ਇਹਨੂੰ ਆਪਾਂ ਕਹਿੰਦੇ ਹਾਂ, ਨਹੀਂ ਮਰਕਰੀ ਆਊਗਾ ਇਹਦਾ, ਸੌਰੀ ਗਲਤ ਲਿਖਿਆ, ਮਾਰਸ ਦਾ ਮੰਗਲ ਗ੍ਰਹਿ ਨੂੰ ਕਹਿੰਦੇ ਆ। ਸੌਰੀ ਇਹਨਾਂ ਨੇ ਪੁੱਛਿਆ ਸੀ ਸਭ ਤੋਂ ਨੇੜਲਾ ਗ੍ਰਹਿ ਕਿਹੜਾ? ਸਭ ਤੋਂ ਨੇੜਲਾ ਗ੍ਰਹਿ ਮਰਕਰੀ ਹੈ ਭਾਈ, ਠੀਕ ਹੈ। ਟਾਈਪਿੰਗ ਦੇ ਵਿੱਚ ਮਿਸਟੇਕ ਹੋ ਜਾਂਦੀ ਹੈ। ਸਭ ਤੋਂ ਛੋਟਾ, ਇਹ ਮੈਂ ਸੈੱਟ ਕਰ ਦੂੰਗਾ, ਮਰਕਰੀ ਹੈ ਸਭ ਤੋਂ ਛੋਟਾ ਗ੍ਰਹਿ, ਉਹ ਸਭ ਤੋਂ ਨੇੜਲਾ ਗ੍ਰਹਿ, ਠੀਕ ਹੈ। ਆਹ ਦੇਖੋ, ਮਰਕਰੀ ਨੂੰ ਆਪਾਂ ਬੁੱਧ ਕਹਿ ਦਿੰਦੇ ਹਾਂ, ਬੁੱਧ। ਵੀਨਸ ਨੂੰ ਸ਼ੱਕਰ, ਪ੍ਰਿਥਵੀ, ਮੰਗਲ, ਬ੍ਰਹਿਸਪਤੀ, ਸ਼ਨੀ, ਅਰਨ, ਵਰਨ। ਹੁਣ ਅੱਧੇ ਬੱਚੇ ਕਹਿਣਗੇ ਕਿ ਗ੍ਰਹਿ ਕਿੰਨੇ ਆਪਣੇ ਭਾਈ 8 ਗ੍ਰਹਿ ਹੈਗੇ, ਠੀਕ ਹੈ। 1 2 3 4 5 6 7 8। ਇੱਕ 9ਵਾਂ ਗ੍ਰਹਿ ਸੀ ਜਿਹੜਾ ਪਲੂਟੋ, ਉਹਨੂੰ ਆਪਣੀ ਗ੍ਰਹਿਆਂ ਦੀ ਸ਼੍ਰੇਣੀ 'ਚੋਂ ਕੱਢਤਾ, ਠੀਕ ਹੈ। ਪਲੂਟੋ ਨੂੰ ਗ੍ਰਹਿਆਂ ਦੀ ਸ਼੍ਰੇਣੀ ਵਿੱਚੋਂ ਕੱਢਤਾ, ਉਹਨੂੰ ਕਿਹੜੇ ਗ੍ਰਹਿਆਂ ਵਿੱਚ ਪਾਤਾ? ਬੌਣੇ ਗ੍ਰਹਿਆਂ ਦੇ ਵਿੱਚ। ਤਾਂ ਉਹ ਕਿਹੜੇ ਗ੍ਰਹਿਆਂ ਦੇ ਵਿੱਚ ਪਾਤਾ? ਬੌਣੇ ਗ੍ਰਹਿਆਂ ਦੇ ਵਿੱਚ ਪਾਤਾ। ਅੱਜ ਦੇ ਟਾਈਮ ਦੇ ਵਿੱਚ ਜੇ ਪੁੱਛਿਆ ਗਿਆ ਪ੍ਰਸ਼ਨ, ਤਾਂ ਆਪਣੇ ਸਿਰਫ 8 ਗ੍ਰਹਿ ਨੇ, ਠੀਕ ਹੈ। 9 ਗ੍ਰਹਿ ਨਾਲ ਲਾਇਆ ਉੱਥੇ ਪ੍ਰਸ਼ਨ ਨਾਲ ਦੀ ਨਾਲ ਗਲਤ ਹੋ ਜਾਊਗਾ, ਕਿਉਂਕਿ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ 9 ਗ੍ਰਹਿ ਹੀ ਪੜ੍ਹਦੇ ਆਏ ਹਾਂ, ਪਰ ਅੱਜ ਦੇ ਟਾਈਮ 'ਚ ਗ੍ਰਹਿ 8 ਹੈ, ਠੀਕ ਹੈ। ਇੱਕ ਸਸਪੈਂਡ ਕਰਕੇ ਭਜਾਤਾ ਇਹਨਾਂ ਨੇ। ਬੁੱਧ ਗ੍ਰਹਿ 88 ਦਿਨਾਂ ਦੇ ਵਿੱਚ ਸੂਰਜ ਦੁਆਲੇ ਚੱਕਰ ਪੂਰਾ ਕਰਦਾ, ਮਰਕਰੀ। ਅਤੇ ਧਰਤੀ 365 ਸੀ 1/4 ਹਿੱਸਾ ਲਗਾਉਂਦੀ ਹੈ ਸੂਰਜ ਦੁਆਲੇ ਚੱਕਰ ਪੂਰਾ ਕਰਨ ਦੇ ਵਿੱਚ। ਇਹ ਕਿਹਨੇ ਕਹੀ ਸੀ ਇਹ ਗੱਲ ਕਿ ਧਰਤੀ ਜਿਹੜੀ ਹੈ ਇਹ ਸੂਰਜ ਦੁਆਲੇ ਘੁੰਮਦੀ ਹੈ, ਨਾ ਕਿ ਸੂਰਜ ਧਰਤੀ ਦੁਆਲੇ? ਇਹ ਗੱਲ ਕਹੀ ਸੀ ਕੋਪਰਨਿਕਸ ਨੇ। ਬਾਅਦ 'ਚ ਕੋਪਰਨਿਕਸ ਨੂੰ ਪਤਾ ਹੀ ਬਾਬਾ ਖਿੱਚ ਤੂੰ ਕਰੀ ਵਿਚਾਰੇ ਦੀ ਇਹਦੀ, ਅਤੇ ਇਹਨੂੰ ਚੱਕ ਕੇ ਕਿਤੇ ਉਹ ਡਾਂਗਾ ਚੱਕ ਲਈਆਂ ਆਪਣੇ ਵਾਲੇ ਨੇ ਕਿ ਤੂੰ ਗਲਤ ਕਰਦਾ ਕਰਦਾ, ਅਤੇ ਵਿਚਾਰੇ ਦੀ ਬਾਬਾ ਬੇਇੱਜ਼ਤੀ ਕੀਤੀ ਇਹਨਾਂ ਦੀ। ਬਾਅਦ ਵਿੱਚ ਪਤਾ ਲੱਗ ਗਿਆ ਸੀ ਇਹਨਾਂ ਨੂੰ, ਬਾਅਦ 'ਚ ਉਹਦੇ ਜਿਹੜਾ ਪਿੰਜਰ ਦਾ ਸੀ ਉਹ ਵਿੱਚੋਂ ਕੱਢ ਲਿਆ ਇਹਨਾਂ ਨੇ ਕਿ ਬਹੁਤ ਵਧੀਆ ਬੰਦਾ ਸੀ ਜੀ, ਆਏ ਸੀ। ਇਹਨਾਂ ਵਿੱਚੋਂ ਕਿਹੜੀ ਰੇਂਜ ਅਲੱਗ ਹੈ? ਸ਼ੈਦਰੀ ਰੇਂਜ, ਅਰਾਵਲੀ ਰੇਂਜ, ਪੀਰ ਪੰਜਾਲ,
के जास्कर। देखो बच्चों ਜਿਹੜੀਆਂ ਤਾਂ ਆਹ ਤਿੰਨੇ ਰੇਂਜਾਂ ਹੈਗੀਆਂ, ਅਰਾਵਲੀ ਰੇਂਜ, ਪੀਰ ਪੰਜਾਬ ਰੇਂਜ, ਜਾਸਕਰ ਰੇਂਜ, ਇਹ ਤਾਂ ਤਿੰਨੇ ਹੈਗੀ ਆਪਣੀ ਪਰਬਤ ਸ਼੍ਰੇਣੀ। ਇਹ ਹੈਗੀ ਆਪਣੀ ਪਰਬਤ ਸ਼੍ਰੇਣੀ ਜਿਹਨੂੰ ਆਪਾਂ ਕਹਿੰਦੇ ਮਾਊਂਟੇਨ ਸ਼੍ਰੇਣੀ ਹੈ। ਜਿਹੜੀ ਆ ਸਿਆਦਰੀ ਰੇਂਜ ਹੈ ਇਹ ਬਿਲਕੁਲ ਸਹੀ ਆਂਸਰ ਹੈ। ਇਹ ਰੇਂਜ ਨਹੀਂ ਹੈਗੀ ਬੱਚੋ, ਇਹ ਆਪਣੀ ਵੈਸਟਰਨ ਘਾਟ ਹੈਗੀ। ਇਹ ਆਪਣੀ ਵੈਸਟਰਨ ਘਾਟ ਹੈ ਜਿਹਨੂੰ ਆਪਾਂ ਪੱਛਮੀ ਘਾਟ ਵੀ ਕਹਿ ਦਿੰਦੇ ਹਾਂ। ਇਹ ਇੱਕ ਤਰ੍ਹਾਂ ਦੇ ਕੀ ਹੈ, ਇਹ ਪਠਾਰ ਹੈ। ਪਠਾਰ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆਪਾਂ, ਪਲੇਟਿਊ। ਠੀਕ ਹੈ, ਨਾਲ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੀਆਂ ਨੇ ਕਿ ਵੀ ਪਲੇਟਿਊ ਲਿਖਿਆ ਜਾਂਦਾ ਕਿ ਕਿਸੇ ਹਿਸਾਬ ਤੋਂ ਤੁਹਾਡਾ ਪੇਪਰ ਦੇ ਵਿੱਚ ਪ੍ਰਸ਼ਨ ਨਹੀਂ ਰਹਿਣਾ ਚਾਹੀਦਾ। ਠੀਕ ਹੈ, ਉਹਦਾ ਤੁਸੀਂ ਮਾੜੇ ਹੋਵੋਗੇ ਭਾਈ ਜੇ ਗਲਤ ਫਲਤ ਕਰਕੇ ਆਉਂਗੇ ਉੱਥੇ। ਸਿਆਦਰੀ ਰੇਂਜ ਨੂੰ ਹੀ ਪੱਛਮੀ ਘਾਟ ਕਿਹਾ ਜਾਂਦਾ ਹੈ। ਇਹ ਪਠਾਰ ਹਨ ਅਤੇ ਬਾਕੀ ਸਾਰੇ ਪਰਬਤ ਹਨ। ਓਕੇ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਪੁੱਛ ਲਿਆ, ਕਹਿੰਦੇ ਕਿੰਨੇ ਪ੍ਰਤੀਸ਼ਤ ਭਾਰਤ ਦੀ ਜਨਤਾ ਪੇਂਡੂ ਖੇਤਰ ਦੇ ਵਿੱਚ ਵਿਕਾਸ ਕਰਦੀ ਹੈ, ਕਿ ਕਿੰਨੇ ਲੋਕ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ, ਜਿਹੜੇ ਇੱਥੇ ਬੈਠੇ ਹੁੰਦੇ ਆ ਸਾਡੇ ਪਿੰਡ ਵਾਲੇ ਵੀ। ਅਤੇ ਸਭ ਤੋਂ ਜ਼ਿਆਦਾ ਮੈਨੂੰ ਨਾ ਸ਼ਹਿਰਾਂ ਨਾਲੋਂ ਪਿੰਡ ਜ਼ਿਆਦਾ ਪਸੰਦ ਹੈ, ਕਿਉਂਕਿ ਪਿੰਡਾਂ ਦੇ ਵਿੱਚ ਨਾ ਜਿਵੇਂ ਮਰਜ਼ੀ ਹੈ ਇੱਕ ਦੂਜੇ ਨਾਲ ਲੋਕ ਜੁੜੇ ਹੋਏ ਹੈ। ਇਹ ਗੱਲ ਨੋਟ ਕਰਿਓ, ਭਾਵੇਂ ਆਪਣੀ ਕਿਸੇ ਨਾਲ ਬਣਦੀ ਹੈ ਚਾਹੇ ਨਹੀਂ ਬਣਦੀ, ਦੁੱਖ ਸੁੱਖ ਦੇ ਵਿੱਚ ਹਰੇਕ ਆਉਂਦਾ। ਪਰ ਸ਼ਹਿਰਾਂ ਦੇ ਵਿੱਚ ਇੱਕ ਗੱਲ ਮੈਂ ਨੋਟ ਕੀਤੀ ਹੈ, ਭਾਵੇਂ ਨਾਲ ਘਰ ਹੋਵੇ ਉਹਦਾ ਵੀ ਨਹੀਂ ਪਤਾ ਹੁੰਦਾ ਕਿ ਯਾਰ ਨਾਲ ਕਿਹਦਾ ਘਰ ਹੈਗਾ। ਠੀਕ ਹੈ, ਪਿੰਡੂ ਦੇ ਵਿੱਚ ਥੋੜ੍ਹੀ ਭਾਈਚਾਰਕ ਸਾਂਝ ਵੀ ਹੁੰਦੀ ਹੈ। ਹੁਣ ਕਈ ਵਾਰੀ ਮੈਂ ਸ਼ਹਿਰ 'ਚ ਚਲਾ ਜਾਂਦਾ, ਸਾਡੇ ਰਿਸ਼ਤੇਦਾਰੀਆਂ ਹੈਗੀਆਂ ਅਤੇ ਜਦੋਂ ਸ਼ਹਿਰ 'ਚ ਜਾਂਦੇ ਹਾਂ ਨਾ, ਮਤਲਬ ਯਾਰ ਜੀ ਨਹੀਂ ਲੱਗਦਾ ਉੱਥੇ। ਠੀਕ ਹੈ, ਅਤੇ ਪਿੰਡਾਂ ਦੇ ਵਿੱਚ ਆਇਆ ਕਿ ਜਿੱਥੇ ਮਰਜ਼ੀ ਬਹਿ ਜਾਓ, ਨਾਲ ਦੇ ਨਾਲ ਬਹਿ ਕੇ ਕਰ ਲਓ, ਕਿਸੇ ਦੀਆਂ ਚੁਗਲੀਆਂ ਕਰੋ, ਚੁਗਲੀਆਂ ਕਰੀ ਚਲੋ, ਬੈਠੇ ਵਧੀਆ ਦਿਨ ਲੰਘ ਜਾਂਦਾ ਚੁਗਲੀਆਂ ਕਰਕੇ। ਫਲਾਣੇ ਦੇ ਘਰੇ ਕੌਣ ਆਇਆ, ਫਲਾਣੇ ਦਾ ਰਿਸ਼ਤੇਦਾਰ ਆਇਆ ਵਾ, ਕੀ ਕਰਨਾ ਹੈਗਾ, ਪਹਿਲਾਂ ਵੀ ਆਇਆ ਸੀ, ਕੌਣ ਆਇਆ ਵਾ, ਵਿਆਹ ਫਲਾਣੇ ਕਿਹਦੇ ਵਿਆਹ, ਕਿਹਦੇ ਭੋਗ ਹੈ, ਫਲਾਣਾ ਕੀ ਕਰਦਾ, ਧਮਕਾ ਕੀ ਕਰਦਾ। ਪਿੰਡਾਂ ਨੂੰ ਥੋੜ੍ਹੀ ਟੈਨਸ਼ਨ ਜ਼ਿਆਦਾ ਲੈਂਦੇ ਇੱਕ ਦੂਜੇ ਦੀ, ਇੰਨੀ ਵਿਚਾਰੇ ਮੋਹ ਹੁੰਦਾ ਪਿੰਡਾਂ ਵਾਲਿਆਂ ਦਾ ਇੱਕ ਦੂਜੇ ਦਾ। ਆਪਦੇ ਘਰ ਦੀ ਇੰਨੀ ਫਿਕਰ ਨਹੀਂ ਹੁੰਦੀ ਜਿੰਨੀ ਗੁਆਂਢੀਆਂ ਦੇ ਘਰਾਂ ਦੀ ਫਿਕਰ ਹੁੰਦੀ ਆਪਣੇ ਪਿੰਡਾਂ ਵਾਲਿਆਂ ਨੂੰ। ਪਰ ਦੂਜੇ ਦੇ ਘਰੇ ਦੇਖਣਾ ਹੁੰਦਾ ਕਿ ਉਹਨਾਂ ਦੇ ਘਰੇ ਕੀ ਹੋਈ ਜਾਂਦਾ, ਲੜਾਈ ਤਾਂ ਨਹੀਂ ਹੋਈ ਕਿਸੇ ਦੀ, ਜਾਂ ਇਹ ਤਾਂ ਨਹੀਂ ਹੋਈ ਜਾਂਦਾ। ਆਪਣੇ ਵਾਲੇ ਨੂੰ ਐਂ ਬੜਾ ਫਿਕਰ ਰਹਿੰਦਾ ਵਿਚਾਰਿਆਂ ਨੂੰ, ਪਿੰਡਾਂ ਵਾਲਿਆਂ ਨੂੰ। ਸ਼ਹਿਰਾਂ ਨੂੰ ਕੋਈ ਮਤਲਬ ਨਹੀਂ, ਉਹਨੂੰ ਆਪਦੇ ਆਪ ਕੰਮ ਤੱਕ ਮਤਲਬ ਹੁੰਦਾ ਵਿਚਾਰਿਆਂ ਨੂੰ, ਬਸ ਕਮਾ ਲਿਆ, ਖਾ ਲਿਆ, ਘਰੇ ਬਹਿ ਕੇ TV ਦੇਖ ਲਿਆ। ਆਪਣੇ ਵਾਲਿਆਂ ਨੂੰ ਦੂਜਿਆਂ 'ਚ ਬੜਾ ਇੰਟਰਸਟ ਹੁੰਦਾ ਗਾ, ਫਲਾਨਾ ਕੀ ਕਰਦਾ ਹੈ, ਫਲਾਣੇ ਦਾ ਮੁੰਡਾ ਕੀ ਕਰਦਾ, ਫਲਾਣੇ ਦੀ ਕੁੜੀ ਕੀ ਕਰਦੀ ਹੈ। ਆਪਣੇ ਵਾਲੇ ਕੱਬੇ ਆ ਥੋੜ੍ਹੇ ਜਿਹੇ, ਹੈ ਨਾ, ਖਾ ਕੇ ਭੁੱਕੀ ਦਾ ਚਮਚਾ ਉੱਥੇ ਬੈਠੇ ਜਾਂ ਕੁਛ ਕਰੀ ਜਾਂਦੇ ਆ। ਦੇਖੋ ਕਿੰਨੇ ਪ੍ਰਤੀਸ਼ਤ ਭਾਰਤ ਦੀ ਜਨਤਾ ਪੇਂਡੂ ਖੇਤਰਾਂ ਦੇ ਵਿੱਚ ਵਿਕਾਸ ਕਰਦੀ ਹੈ, ਰੂਰਲ ਏਰੀਆ। ਇਹ ਰੂਰਲ ਏਰੀਆ ਵੀ ਲਿਖ ਸਕਦੇ ਆ। ਤਾਂ ਇਹ ਕਰਦੀ ਹੈ 50, 65, 70, 75, 70, 25। ਤਾਂ ਆਪਣੀ ਜਿਹੜੀ 65% ਜਨਤਾ ਜਿਹੜੀ ਉਹ ਪੇਂਡੂ ਖੇਤਰਾਂ ਦੇ ਵਿੱਚ ਵਿਕਾਸ ਕਰਦੀ, ਅਤੇ ਸ਼ਹਿਰਾਂ ਦੇ ਵਿੱਚ ਸਿਰਫ ਆਪਣੀ 35% ਜਨਤਾ ਹੀ ਨਿਵਾਸ ਕਰਦੀ ਹੈ। ਠੀਕ ਹੈ, ਇਹਨਾਂ ਦੇ ਵਿੱਚੋਂ ਕਿਹੜੀ ਡਿਵਾਈਸ ਹੈ ਜਿਹੜੀ ਇੱਕ ਆਊਟਪੁੱਟ ਡਿਵਾਈਸ ਹੈ। ਇੱਕ ਹੁੰਦੀ ਹੈ ਇਨਪੁੱਟ, ਇੱਕ ਹੁੰਦੀ ਹੈ ਆਊਟਪੁੱਟ। ਆਊਟਪੁੱਟ ਉਹ ਹੁੰਦੀ ਜਿਹੜੀ ਆਪਣਾ ਆਊਟਪੁੱਟ ਦੇ ਰਹੀ ਹੈ। ਸਕੈਨਰ, ਟੱਚ ਸਕਰੀਨ, ਪਲੋਟਰ ਕਿ ਮਾਊਸ। ਸਕੈਨਰ ਵੀ ਇੱਕ ਇਨਪੁੱਟ ਡਿਵਾਈਸ ਹੈ, ਟੱਚ ਸਕਰੀਨ ਵੀ ਇਨਪੁੱਟ ਡਿਵਾਈਸ ਹੈ, ਕਿਉਂਕਿ ਆਪਾਂ ਸਕਰੀਨ ਦੇ ਉੱਪਰ ਟੱਚ ਕਰਦੇ ਹਾਂ, ਇਨਪੁੱਟ ਤਾਂ ਜਾਂਦੀ ਹੈ। ਮਾਊਸ ਵੀ ਇਨਪੁੱਟ ਡਿਵਾਈਸ ਹੈ। ਪਲੋਟਰ ਉਹ ਹੁੰਦਾ ਗਾ ਜਿਵੇਂ ਹੁਣ ਜਦੋਂ ਆਪਾਂ ਹੁਣ ਰੈਲੀਆਂ ਚੱਲ ਪਈਆਂ, ਹੁਣ ਚੋਣਾਂ ਦਾ ਟਾਈਮ ਆ, ਵੱਡੀਆਂ ਵੱਡੀਆਂ ਫਲੈਕਸਾਂ ਲਾਈਆਂ ਪਈਆਂ ਹੁੰਦੀਆਂ, ਉੱਧਰੋਂ ਆਪ ਵਾਲੇ ਨੇ ਲਾਈਆਂ ਪਈਆਂ ਹੁੰਦੀਆਂ, ਉੱਧਰੋਂ ਕਾਂਗਰਸ ਵਾਲੇ ਨੇ ਲਾਈਆਂ ਪਈਆਂ, ਉੱਧਰੋਂ ਅਕਾਲੀ ਦਲ ਵਾਲੇ ਨੇ ਲਾਈਆਂ ਪਈਆਂ। ਠੀਕ ਹੈ, ਅਤੇ ਉਹ ਸਾਰੀਆਂ ਫਲੈਕਸਾਂ ਜਿਹੜੀਆਂ ਵੱਡੀਆਂ ਬਣਦੀਆਂ ਉਹ ਕਾਹਦੇ 'ਚੋਂ ਨਿਕਲਦੀਆਂ, ਪਲੋਟਰ ਦੇ ਵਿੱਚੋਂ ਬਣਦੀਆਂ ਹੈਗੀਆਂ। ਠੀਕ ਹੈ, ਪਲੋਟਰ ਬਣਾਉਂਦਾ ਉਹ ਫਲੈਕਸੀਆਂ ਨੂੰ। ICC ਦਾ ਹੈੱਡਕੁਆਟਰ ਕਿੱਥੇ ਹੈ? ICCI ਇੰਟਰਨੈਸ਼ਨਲ, ਫੁੱਲ ਫਾਰਮ ਵੀ ਯਾਦ ਰੱਖ ਲਿਆ ਕਰੋ, ਕ੍ਰਿਕਟ ਕਾਊਂਸਲ। ਠੀਕ ਹੈ, ਇਹਦਾ ਹੈੱਡਕੁਆਟਰ ਕਿੱਥੇ ਹੈ? ਪੈਰਿਸ, ਪ੍ਰਾਗ, ਮੁੰਬਈ, ਦੁਬਈ। ਤਾਂ ਇਹਦਾ ਹੈੱਡਕੁਆਟਰ ਹੈਗਾ ਦੁਬਈ ਦੇ ਵਿੱਚ। ਠੀਕ ਹੈ ਜੀ, ਦੁਬਈ ਦੇ ਵਿੱਚ ਇਹਦਾ ਹੈੱਡਕੁਆਟਰ ਹੈਗਾ। ਹੁਣ ਆਪਾਂ ਚੱਲਦੇ ਹਾਂ ਅੱਗੇ। ਪੁੱਛਿਆ ਜਾਊਗਾ ਪ੍ਰਸ਼ਨ ਦੇ ਵਿੱਚ ਕਿ ਜਿਹੜੀ ਆਪਣੀ ICC ਹੈ ਇਹਦੀ ਸਥਾਪਨਾ ਕਦੋਂ ਹੋਈ ਸੀ। ਜਿਹੜੀ ਆਪਣੀ ICC ਹੈ ਇਹਦੀ ਸਥਾਪਨਾ ਹੋਈ ਸੀ 15 ਜੂਨ 1909 ਦੇ ਵਿੱਚ। ਵੈਰੀ 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 ਇੰਪੋਰਟੈਂਟ। 1909 ਦੇ ਵਿੱਚ ਇੱਕ ਕਾਂਡ ਹੋਰ ਵੀ ਹੋਇਆ ਸੀ। ਕਿਹੜਾ ਕਾਂਡ ਹੋਇਆ ਸੀ? ਮਿੰਟੋ ਮਾਰਲੇ ਕਿਹੜਾ ਸੀ? ਇਹ ਦੂਜਾ ਸੀ ਮਿੰਟੋ ਮਾਰਲੇ। ਠੀਕ ਹੈ, 1909 ਦੇ ਵਿੱਚ ਹੋਇਆ ਸੀ। ਜਿਹੜੀ ਆਪਣੀ ICC ਹੈ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ, ਇਹਦਾ ਪਹਿਲਾਂ ਇਹ ਨਾਮ ਨਹੀਂ ਹੁੰਦਾ ਸੀ। 1909 ਤੋਂ ਲੈ ਕੇ 1965 ਤੱਕ ਇਹਦਾ ਇਹ ਨਾਮ ਰਿਹਾ ਹੈਗਾ। ਪਹਿਲਾ ਨਾਮ ਜਿਹੜਾ ਆ ਰਿਹਾ, ਇਹ ਕੀ ਨਾਮ ਹੁੰਦਾ ਸੀ ਇਹਦਾ? ਇੰਪੀਰੀਅਲ ਕ੍ਰਿਕਟ ਕਾਨਫਰੰਸ ਪਹਿਲਾਂ ਇਹਦਾ ਨਾਮ ਹੁੰਦਾ। ਪੁੱਛਿਆ ਜਾਊਗਾ ਕਿ ICC ਦਾ ਪਹਿਲਾ ਨਾਮ ਕੀ ਹੁੰਦਾ ਸੀ। ਠੀਕ ਹੈ, ਤਾਂ ਉੱਥੇ ਤੁਹਾਨੂੰ ਅਲੱਗ-ਅਲੱਗ ਦੇਣਗੇ। ਤਾਂ ਇੰਪੀਰੀਅਲ ਕ੍ਰਿਕਟ ਕਾਨਫਰੰਸ ਸੀ ਜਿਹੜਾ, ਇਹ ICC ਦਾ ਪਹਿਲਾ ਨਾਮ ਹੁੰਦਾ ਸੀ। ਠੀਕ ਹੈ, ਆਹ ਡੇਟ ਨਹੀਂ ਪੁੱਛਣਗੇ, ਤੁਹਾਨੂੰ ਵੈਸੇ ਦੱਸਤਾ ਨੌਲੇਜ ਵਾਸਤੇ। ਅਤੇ ਪਰ ਪ੍ਰਸ਼ਨ ਆ ਪੱਕਾ ਆਉਣ ਦੇ ਚਾਂਸ ਹੈਗੇ ਆ। ਮੈਂ ਸਿਰਫ ਇੰਪੋਰਟੈਂਟ ਪ੍ਰਸ਼ਨ ਹੀ ਲੈ ਕੇ ਆਉਣਾ, ਮੈਨੂੰ ਇਹ ਕੰਮ ਨਹੀਂ ਹੈਗਾ ਕਿ ਤੁਹਾਡਾ ਕਿਸੇ ਦਾ ਟਾਈਮ ਖਰਾਬ ਕਰਾਂ ਮੈਂ। ਠੀਕ ਹੈ, ਮੈਨੂੰ ਕੋਈ ਮੇਰਾ ਦਿਮਾਗ ਨਹੀਂ ਖਰਾਬ ਹੈਗਾ ਕਿ ਮੈਂ ਟਾਈਪਿੰਗ ਕਰਦਾ ਕੰਟੈਂਟ ਭਾਲਦਾ, ਜਿਹੜੇ ਪ੍ਰਸ਼ਨ ਆਏ ਉਹ ਦੇਖਦਾ ਹੈਗਾ, ਕੋਈ ਦਿਮਾਗ ਨਹੀਂ ਖਰਾਬ ਹੈਗਾ ਟਾਈਪਿੰਗ ਕਰਨ ਦਾ ਮੇਰਾ ਪੁੱਤਰੋ।
ठीक है, जिहड़ी चीज़ लगदी है कि पेपर दे विच आ सकदी है जां आई हुई है आपां उही करवाउने आ। ठीक है, जे किसी बच्चे नूं फिर भी लगदा कोई कमी पेशी है, कोई चक्कर नहीं जी, जिथे जाके जी सकदा कि कित्थों मर्जी तैयारी कर सकदा। मैं किसी भी बच्चे नूं मजबूर नहीं करदा, जिथे जी करदा तैयारी करो। ठीक है, इन्हां विचों अफगानिस्तान की पार्लीमेंट का की नाम है? अफगानिस्तान देखो, कोई भी अपना गवांढी देश है, गवांढी देश नेबर कंट्रियां जिहड़ियां भी अपणियां, उन्हां बारे दा कोई भी करंट अफेयर है, कोई भी नॉलेज है, वो पक्की होनी चाहिए तुहानूं। अपने किन्ने हैगे, अपने किन्नियां कंट्रियां जिहड़ियां अपने अपने ओह हैगियां गवांढी देश किन्ने अपने? 8 हैगे। किहड़ा दसो, किहड़े किहड़े आ? मैं दसदा, बंगलादेश, चाइना, पाकिस्तान, नेपाल, म्यांमार, भूटान, अफगानिस्तान। ठीक है, 7 आ गए। हाँ 7 ही है फिर। ठीक है, भूटान, चाइना, पाकिस्तान, नेपाल, म्यांमार, भूटान, अफगानिस्तान या बांग्लादेश। ठीक है, ये आ गए अपने गवांढी देश। ठीक है, तो इन्हों के कहना जी अफगानिस्तान है, पार्लीमेंट का की नाम है? जिवें अपनी जी संसद है उन्होंने पार्लीमेंट ही कह देंगे। ठीक है, इन्होंने पूछा कि अफगानिस्तान का की नाम है? शोरा, मजलिस, नैशनल असैंबली, जतीया संसद। आंसर दसी गया सुनू, मैं तो बड़ी तेज अख थोड़ी, आंसर उनसर तुम वो देख लें। तो शोरा आ मेन मेन है बई, आप ना कढ़ के लिया मेन मेन है जेडे। ठीक है, ये स्क्रीन शॉट लेता हुआ मेरा अपने गूगल तो। जी इंडिया की पार्लीमेंट आ उन्होंने तो आप कहने संसद। जी नेपाल की है उन्होंने कहा, नेपाल की राजधानी की है? काठमंडू। राष्ट्रीय पंचायत, उन्होंने संसद को राष्ट्रीय पंचायत कहते नेपाल की। पाकिस्तान की कहते नैशनल असैंबली। फ्रांस भी सेम ही कहना नैशनल असैंबली, पाकिस्तान भी नैशनल असैंबली, तो फ्रांस भी नैशनल असैंबली। चाइना की जी संसद उन्होंने कहा जाता है नैशनल पीपल इज कांग्रेस। ठीक है, कांग्रेस है जी अपनी, ये समझो कि कांग्रेस पार्टी उत्थे भी है। कांग्रेस का मतलब होंगे इकट्ठ, एक संस्था। ठीक है, उन्होंने कह देंगे होंगे। भूटान की की नाम है? तासोगाडू। तासोगाडू कितों आ? भूटान की दा। ते बंगलादेश की की नाम है? जतीया संसद। ये बंगलादेश की संसद का नाम है। तो अफगानिस्तान का नाम की है? शोरा। डेनमार्क का नाम की है? फोलकेटिंग। इजिप्ट, मिस्र, मिस्र कहते हैं इजिप्ट भी, यही असैंबली का नाम की है? पीपल्स असैंबली। ग्रेट ब्रिटेन, यदा है पार्लीमेंट, इनू भी पार्लीमेंट कहते हैं, अपनी भी पार्लीमेंट ही कह देंगे है। तो जर्मनी का की कहते हैं? बुंडेसटैग। ठीक है, बुंडेसटैग। ये वेरी वेरी इंपोर्टेंट है। ये वो है ਜਿਹੜੇ ਹੁਣ तक पेपर 'ਚ सब तो ज़्यादा पूछे गए है। एक दो देशों के आप होर करांगे, वो अगली वीडियो के करांगे। ठीक है, तुम देखो तुहानूं मैं किन्ने ऑपरेशन, जे हुण मैं कल्ला कल्ला ऑपरेशन करवाउणा होवे तां 1 2 3 4 5 6 7 8 9 10 11 12 ऑपरेशन बन जाणगे। जे ऑपरेशन ही ਵਧਾਉਣੇ ਹੋਣ, मैं जे टाइम ही खाना होवे कि चल ਤੁਹਾਡੇ ਕੋਲ नंबर जे बनाई ਚੱਲਾਂਗੇ, मैं इन्ने ऑपरेशन करवाई जाना, तो मैं तो किन्ने मर्जी ऑपरेशन बना 12 ऑपरेशन कवर हो गए ਇਹਦੇ ਵਿੱਚ। 12 हाँ 12 ऑपरेशन कवर हो गए। होर की रह गया ਹੁਣ मगर एक ऑपरेशन ਦੇ ਵਿੱਚ 12 ऑपरेशन कवर हो ਜਾਂਦੇ। ਇਸ ਤੋਂ ਬਾਅਦ ਤਾਂ ਹੁਣ ਭਾਈ ਤੁਸੀਂ ਮਾੜੇ ਹੋਵੋਗੇ। ठीक है, दुबारे मैं फिर गल कहना, ਜਿਹੜੇ ਬੱਚਿਆਂ ਨੂੰ कोई लगता कि कंटेंट सही नहीं है तो कितों मर्जी बच्चे स्टडी कर लियो, कि पर गलत कमेंट करने की लोड़ नहीं। ठीक है, इस तो बाद अगे दुनिया ਦੇ ਵਿੱਚ सोना सब तो ज़्यादा उत्पाद किस देश ਦੇ ਵਿੱਚ ਹੁੰਦਾ है? ठीक है, सोने बारे तो कुड़ियां नूं औरतां नूं ज़्यादा पता हुंदा। कित्थे हुंदा सब तो ज़्यादा उत्पाद? फ्रांस, साउथ अफ्रीका, इंडिया, चाइना। तो ਜਿਹੜੇ कैंਡੀडेटां ने ਇਹਦਾ आंसर लाया चाइना, उन्हों का आंसर बिल्कुल सही है। दुनिया के सब तो ज़्यादा चाइना के होंगे गा। ठीक है, इस तो बाद सिपरी, सिपरी का हैडकुआटर कितने है? ठीक है, दसो जी सिपरी का हैडकुआटर कितने है? बहुत इंपोर्टेंट ऑपरेशन है। सब तो पहले तुहानूं दसदा कि सिपरी का काम की होंदा। जिहड़ा ये सिपरी है, इसका काम मेन तो यही हैगा, ये मतलब कोई भी स्टेट, कोई भी देश जिहड़ा अपना हथियारों का कारोबार करदा गा, ठीक है, ਉਹਦੇ बारे जिहड़ा सारा डाटा इकट्ठा करना हुंदा, वो काम इन्हां दा हुंदा गा। ठीक है, सारा डाटा इन्हां ने इकट्ठा करना हुंदा गा कि किन्ने दे किहड़े देश ने किन्ने हथियार खरीदे आ, सारी जिम्मेदारी इन्हां कोले हुंदी है। ठीक है, तो हुण आपां लिखांगे सिपरी की फुल फार्म जरूर याद कर लो। मैं थल्ले लिखनी भुल गया तो लिख दूंगा, कोई गल नहीं बाद च, एक बार देख लो। स्टॉक होल्म इंटरनेशनल पीस रिसर्च
ਇੰਸਟੀਟਿਊਟ। ਠੀਕ ਹੈ, ਤੇ ਇਹਦੀ ਫੁੱਲ ਫਾਰਮ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ। ਹੁਣ ਤੁਹਾਨੂੰ ਇਹਦੇ ਹੈੱਡਕੁਆਟਰ ਦਾ ਨਾਮ ਤੋਂ ਹੀ ਪਤਾ ਲੱਗ ਗਿਆ ਹੋਊਗਾ, ਇੰਨੇ ਭੋਲੇ ਤਾਂ ਹੈ ਨਹੀਂ ਤੁਸੀਂ। ਠੀਕ ਹੈ, ਹੈੱਡਕੁਆਟਰ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਹੋਊਗਾ ਕੌਣ ਇਹਦਾ ਹੈੱਡਕੁਆਟਰ ਕਿੱਥੇ ਹੈ। ਤਾਂ ਜਿਹੜਾ ਇਹਦਾ ਹੈੱਡਕੁਆਟਰ ਆ ਭਾਈ ਉਹ ਹੈਗਾ ਆਪਣਾ ਸਟਾਕਹੋਮ ਦੇ ਵਿੱਚ। ਬੀ ਨੰਬਰ ਆਪਸ਼ਨ ਵਾਲਾ ਬਿਲਕੁਲ ਸਹੀ ਆਨਸਰ ਹੈ। ਠੀਕ ਹੈ, ਅਤੇ ਇਸ ਟਾਈਮ 'ਤੇ ਜਿਹੜਾ ਇਹਦਾ ਉਹ ਹੈਗਾ ਹੈੱਡ ਕੌਣ ਹੈਗਾ, 1 ਜੂਨ ਨੂੰ ਲਾਇਆ, 1 ਜੂਨ 2017 ਵੇਲੇ ਲਾਇਆ ਹੋਇਆ ਇਹਨੂੰ। ਨਾਮ ਕੀ ਇਹਨਾਂ ਦਾ, ਇਹਦਾ ਨਾਮ ਹੈਗਾ ਗਾ ਜੈਨ ਐਲੀਆ ਸਨ। ਠੀਕ ਹੈ, ਇਹ ਯਾਦ ਕਰ ਲਓ ਨਾਲ। ਇਹ ਹਥਿਆਰਾਂ ਦੇ ਕੀਤੇ ਖਰਚੇ ਬਾਰੇ ਦੱਸਦਾ ਹੈ। ਇਸ ਤੋਂ ਬਾਅਦ ਵੀਲਰ ਆਈਲੈਂਡ ਦਾ ਨਵਾਂ ਨਾਮ ਕੀ ਹੈ, ਵੀਲਰ ਆਈਲੈਂਡ। ਤਾਂ ਵੀਲਰ ਆਈਲੈਂਡ ਭਾਈ ਕਿੱਥੇ ਹੈ, ਇਹ ਉੜੀਸਾ ਦੇ ਵਿੱਚ ਹੈ। ਵੀਲਰ ਆਈਲੈਂਡ ਕਿੱਥੇ ਹੈ, ਇਹ ਉੜੀਸਾ ਦੇ ਵਿੱਚ ਹੈ, ਇਹ ਨਾਲ ਯਾਦ ਕਰ ਲਿਓ। ਇਹਦਾ ਨਵਾਂ ਨਾਮ ਕੀ ਹੈ, ਪਹਿਲਾਂ ਇਹਨਾਂ ਦਾ ਵੀਲਰ ਆਈਲੈਂਡ ਹੁੰਦਾ ਸੀ, ਨਾਮ ਬਦਲਦਾ ਸਵਰਾਜ ਆਈਲੈਂਡ, ਜਵਾਹਰ ਲਾਲ ਨਹਿਰੂ, ਵਿਕਟਰ ਅਤੇ ਅਬਦੁਲ ਕਲਾਮ। ਤਾਂ ਇਹਦਾ ਆਨਸਰ ਹੈਗਾ ਅਬਦੁਲ ਕਲਾਮ ਆਇਰਲੈਂਡ ਹੈ ਇਹਦਾ, ਵੀਲਰ ਆਈਲੈਂਡ ਦਾ ਨਵਾਂ ਨਾਮ ਹੈਗਾ। ਠੀਕ ਹੈ, ਉੜੀਸਾ ਦੇ ਵਿੱਚ ਹੈ ਇਹ। ਵੈਰੀ 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 ਇੰਪੋਰਟੈਂਟ ਹੈਗਾ। ਇੱਕ ਵਾਰੀ ਜਦੋਂ ਕੋਈ ਵੀ ਕਰਦਾ ਹੁੰਦਾ ਜਿਵੇਂ ਆਇਰਲੈਂਡ, ਇਹਨਾਂ ਦੀ ਫੋਟੋ ਵੀ ਦੇਖ ਲਿਆ ਕਰੋ ਨੈੱਟ 'ਤੇ। ਠੀਕ ਹੈ, ਕਈ ਵਾਰੀ ਯਾਦ ਰਹਿ ਜਾਂਦਾ ਹੁੰਦਾ ਦੇਖ ਕੇ, ਪੂਰਾ ਫਰਕ ਹੀ ਪੈਂਦਾ। ਬਹੁਤ ਸੋਹਣਾ ਬਣਾਇਆ ਹੋਇਆ ਇਹ। ਠੀਕ ਹੈ, ਅਤੇ ਜਿਹੜਾ ਇਹ ਬਣਾਇਆ ਹੋਇਆ ਹੈਗਾ, ਠੀਕ ਹੈ, ਇਹ ਉੜੀਸਾ ਦੇ ਵਿੱਚ ਤੁਹਾਨੂੰ ਦੱਸਿਆ ਹੈਗਾ 150 ਕਿਲੋਮੀਟਰ ਦਾ ਬਾਰਡਰ ਆ ਜਿਹੜਾ ਇਹ ਉਹ ਕਵਰ ਕਰਦਾ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਲੋਕੇਸ਼ਨ ਵੀ ਬੇ ਆਫ ਬੰਗਾਲ 'ਤੇ ਹੈ। ਠੀਕ ਹੈ, ਉੱਥੇ ਲੋਕੇਸ਼ਨ ਹੈ ਇਹਦੀ। ਉਹ ਚੱਲਦੇ ਆ ਅਗਲੇ 'ਤੇ। ਈਸਰੋ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ, ਈਸਰੋ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ ਦੱਸੋ ਜੀ। ਈਸਰੋ ਉਹ ਸੰਸਥਾ ਹੈਗੀ ਜਿਹੜੀ ਆਪਣੀ ਜਿਹੜੀ ਆਹ ਰੌਕਟ ਜੇ ਭੇਜਦੇ ਆ ਇਹ ਭੇਜਦੀ ਹੈ। ਠੀਕ ਹੈ, ਤਾਂ ਜਿਹੜੀ ਇਹਦੀ ਸਥਾਪਨਾ ਕੀਤੀ ਗਈ ਸੀ ਇਹ ਕੀਤੀ ਗਈ ਸੀ 1969, 58, 47 ਕਿ 56। ਤਾਂ ਇਹਦਾ ਆਨਸਰ ਹੈਗਾ 1969 ਦੇ ਵਿੱਚ ਈਸਰੋ ਦੀ ਸਥਾਪਨਾ ਕੀਤੀ ਗਈ ਸੀ। ਇਹ ਗੱਲ ਯਾਦ ਰੱਖਣੀ ਹੈ, ਵੈਰੀ ਵੈਰੀ ਇੰਪੋਰਟੈਂਟ ਆਪਰੇਸ਼ਨ ਹੈ ਇਹਦਾ। ਠੀਕ ਹੈ ਜੀ, ਅਤੇ ਜਿਹੜੀ ਇਹ ਈਸਰੋ ਹੈ ਇਹਦਾ ਫਾਊਂਡਰ ਕੌਣ ਸੀ, ਫਾਊਂਡਰ ਪੁੱਛਿਆ ਜਾ ਸਕਦਾ ਕੌਣ ਸੀ ਦਾ ਫਾਊਂਡਰ ਈਸਰੋ ਦਾ। ਉਹ ਹੈਗਾ ਸੀ ਆਪਣਾ ਵਿਕਰਮ ਸਾਰਾਭਾਈ, ਉਹ ਫਾਊਂਡਰ ਸੀ ਇਹਦਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੇਖੀਏ ਇਹਦਾ ਡਾਇਰੈਕਟਰ ਕਿਹਨੂੰ ਲਾਇਆ ਹੋਇਆ ਹੈਗਾ, ਇਹਦਾ ਡਾਇਰੈਕਟਰ ਕੌਣ ਅੱਜ ਦੇ ਟਾਈਮ ਦੇ ਵਿੱਚ ਈਸਰੋ ਦਾ। ਆਪਾਂ ਆਮ ਤੌਰ 'ਤੇ ਸੁਣਦੇ ਹੁੰਦੇ ਕੇ ਸਿਵਾਨ। ਠੀਕ ਹੈ, ਕੇ ਸਿਵਾਨ ਹੀ ਹੈ, ਪਰ ਕੇ ਦਾ ਫੁੱਲ ਨਾਮ ਵੀ ਸੁਣ ਲਓ। ਕਈ ਵਾਰੀ ਪੂਰਾ ਨਾਮ ਦੇ ਦਿੰਦੇ ਹੁੰਦੇ ਆ। ਇਹਦਾ ਪੂਰਾ ਨਾਮ ਹੈਗਾ ਗਾ ਕੈਲਾਸ਼ ਅਵਾਡੀਵੋ, ਕੈਲਾਸ਼ ਅਵਾਡੀਵੋ ਸਿਵਾਨ ਇਹਦਾ ਫੁੱਲ ਨੇਮ ਹੈਗਾ। ਠੀਕ ਹੈ ਜੀ, ਬਣੀ ਕਦੋਂ ਸੀ ਇਹ ਬਣੀ ਸੀ 15 ਅਗਸਤ 1969 ਦੇ ਵਿੱਚ। ਵੈਰੀ 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 ਇੰਪੋਰਟੈਂਟ ਆਪਰੇਸ਼ਨ ਹੈ ਇਹਦਾ। ਠੀਕ ਹੈ ਜੀ, ਅਤੇ ਸਾਰੇ ਕੈਂਡੀਡੇਟ ਨੇ ਜ਼ਰੂਰ ਦੇਖ ਲੈਣਾ ਇਹਨੂੰ ਇੱਕ ਵਾਰੀ। ਹੁਣ ਚੱਲਦੇ ਆਪਾਂ ਅਗਲੇ 'ਤੇ। ਆ ਲਿਖਿਆ ਹੋਇਆ ਹੈਗਾ, ਇਸ ਦੀ ਸਥਾਪਨਾ 15 ਅਗਸਤ ਵਾਲੇ ਦਿਨ ਕੀਤੀ ਗਈ ਸੀ। ਇਸ ਦਾ ਹੈੱਡਕੁਆਟਰ ਬੈਂਗਲੌਰ ਦੇ ਵਿੱਚ ਹੈ। ਇਸ ਦਾ ਚੇਅਰਮੈਨ ਦਾ ਨਾਮ ਕੇ ਸਿਵਾਨ ਹੈ। 1958 ਦੇ ਵਿੱਚ DRDO ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਜੀ, ਅਤੇ ਜਿਸ ਦਾ ਹੈੱਡਕੁਆਟਰ ਦਿੱਲੀ ਹੈ। DRDO ਦੀ ਵੀ ਸਥਾਪਨਾ ਯਾਦ ਕਰ ਲਓ, ਦੋਨਾਂ ਦੇ ਵਿੱਚ ਇੱਕ ਦੀ ਸਥਾਪਨਾ ਪੁੱਛੀ ਜਾਂਦੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ। ਅਤੇ ਈਸਰੋ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੀ ਹੋਊਗਾ ਕਿ ਫੁੱਲ ਫਾਰਮ ਇੰਨਾ ਤੁਸੀਂ ਆਪਦਾ ਦਿਮਾਗ ਲਾ ਲਓ। ਇੰਡੀਅਨ ਸਪੇਸ ਇੰਟਰਨੈਸ਼ਨਲ ਨਹੀਂ ਹੈਗਾ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਠੀਕ ਹੈ, ਇਹ ਗੱਲ ਯਾਦ ਰੱਖਣੀ। ਅਤੇ ਚਲੋ ਭਾਈ ਇਹਨਾਂ ਲੈਕਚਰ ਨਿਪਟ ਗਿਆ। ਹੁਣ ਤੁਹਾਨੂੰ ਅੱਗੇ ਇੱਕ ਲੈਕਚਰ ਹੋਰ ਲੱਗ ਰਿਹਾ ਹੈ ਜੀ। ਦੇਖੋ ਆਪਣੇ ਇੱਕ ਕੈਂਡੀਡੇਟ ਨੇ ਬਣਾ ਕੇ ਭੇਜਿਆ ਆਪਰੇਸ਼ਨ ਆਪਣੇ। ਠੀਕ ਹੈ, ਬਹੁਤ ਵਧੀਆ ਇੰਪੋਰਟੈਂਟ ਆਪਰੇਸ਼ਨ ਬਣਾ ਕੇ ਭੇਜਿਆ ਇਹਨਾਂ ਨੂੰ ਮੈਂ ਕਿਹਾ ਸੀ, ਅਤੇ ਹੋਰ ਵੀ ਨੇ ਬਣਾਇਆ ਬੱਚੇ ਨੇ ਬਹੁਤ ਵਧੀਆ। ਅਤੇ ਬੱਚੇ ਦਾ ਨਾਮ ਹੈਗਾ ਲੱਖਾ। ਠੀਕ ਹੈ, ਅਤੇ ਉਹਨਾਂ ਬੱਚੇ ਨੇ ਬਣਾਏ ਆ ਨੋਟਸ ਆਪਣੇ ਵਾਸਤੇ, ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ। ਅਤੇ ਇਹਨਾਂ ਦੇ ਆਪਰੇਸ਼ਨਾਂ ਦੀ ਅੱਜ ਆਪਾਂ PDF ਵੀ ਤਿਆਰ ਕਰਾਂਗੇ। ਤੁਹਾਨੂੰ PDF ਮਿਲ ਵੀ ਜਾਊਗਾ ਸਾਰਾ PDF। ਅਤੇ ਇੱਕ ਗੱਲ ਹੋਰ ਬੱਚੋ, 165 ਤੱਕ ਮੈਂ PDF ਸੈਂਡ ਕਰ ਚੁੱਕਿਆ ਗਾ। ਠੀਕ ਹੈ, ਦੇਖ ਲਓ ਟੈਲੀਗ੍ਰਾਮ ਦੇ ਵਿੱਚ ਮੈਂ ਕਰਤਾ ਹੀ ਸੈਂਡ, ਥੋੜ੍ਹੇ ਕੁ ਦਿਨ ਹੋ ਗਏ ਉੱਤੇ। ਠੀਕ ਹੈ, ਦੇਖੋ ਜੀ ਹੁਣ ਇਹ 'ਚ ਆਪਾਂ ਮੇਨ ਚੀਜ਼ਾਂ ਕਰਾਂਗੇ। ਦੇਖੋ ਇਹ ਬੱਚੇ ਦਾ ਲੱਖਾ ਗਾ। ਦੇਖੋ ਭਾਰਤੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਿਹੜੇ ਆਰਟੀਕਲ ਦੇ ਤਹਿਤ ਹੁੰਦਾ। ਸੰਸ਼ੋਧਨ ਦਾ ਮਤਲਬ ਹੁੰਦਾ ਅਮੈਂਡਮੈਂਟ। ਆਪਾਂ ਸੰਵਿਧਾਨ ਦੇ ਵਿੱਚ ਕੋਈ ਵੀ ਸੰਸ਼ੋਧਨ ਕਰਨਾ। ਠੀਕ ਹੈ, ਮਤਲਬ ਕੋਈ ਆਪਣਾ ਜਿਹੜਾ ਏਰੀਆ ਗਾ ਉਹਦੀ ਉਹ ਵਧਾਉਣੀ ਆ ਆਪਾਂ। ਠੀਕ ਹੈ,
मतलब कोई आर्टिकल है ਉਹਦੇ ਵਿੱਚ ਚੇਂਜ ਕਰਨਾ ਹੈ ਜਾਂ ਕੋਈ ਆਪਾਂ ਸਰਹੱਦ ਵਧਾਉਣੀ ਹੈ ਜਾਂ ਕੁਛ ਵੀ ਆਰਟੀਕਲ ਦੇ ਵਿੱਚ ਅਮੈਂਡਮੈਂਟ ਕਰਨਾ ਤਾਂ ਉਹ ਆਰਟੀਕਲ 368 ਦੇ ਵਿੱਚ ਆ ਜਾਂਦੀ ਹੁੰਦੀ ਉਹ ਚੀਜ਼। ਠੀਕ ਹੈ, ਆਰਟੀਕਲ 368 ਦੇ ਵਿੱਚ ਜਿਵੇਂ ਮਨੀ ਬਿੱਲ ਹੋ ਗਿਆ 110 ਦੇ ਵਿੱਚ ਆਉਂਦਾ, ਉਹ ਜਿਵੇਂ ਅਮੈਂਡਮੈਂਟ ਬਿੱਲ ਹੁੰਦਾ ਜਿਹੜਾ ਇਹ ਆਉਂਦਾ ਗਾ 368 ਆਰਟੀਕਲ ਦੇ ਵਿੱਚ। ਇੱਕ ਬਿੱਲ ਹੈਗਾ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਇੱਕ ਬਿੱਲ ਹੈ। ਪਹਿਲਾ ਸੰਵਿਧਾਨ ਸੰਸ਼ੋਧਨ ਕਦੋਂ ਕੀਤਾ ਗਿਆ ਸੀ? ਪਹਿਲਾ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ 1951 ਦੇ ਵਿੱਚ। 16ਵਾਂ ਸੰਵਿਧਾਨ ਸੰਸ਼ੋਧਨ ਕਦੋਂ ਕੀਤਾ ਗਿਆ ਸੀ? 5 ਅਕਤੂਬਰ 1963 ਨੂੰ। ਮਿੰਨੀ ਸੰਵਿਧਾਨ ਕਿਸ ਨੂੰ ਕਿਹਾ ਜਾਂਦਾ ਗਾ? ਮਿੰਨੀ ਸੰਵਿਧਾਨ ਦਾ ਮਤਲਬ ਹੈਗਾ ਗਾ ਮਿੰਨੀ ਕੌਂਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ? ਦੇਖੋ ਮਿੰਨੀ ਕੌਂਸਟੀਟਿਊਸ਼ਨ, ਹੁਣ ਇਹ ਗੱਲ ਸਮਝੋ ਕਿ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਦਾ ਨਾਮ ਕਿਉਂ ਦਿੱਤਾ ਗਿਆ? ਕਿਉਂਕਿ ਇਹੀ ਆਪਣਾ ਅਜਿਹਾ ਅਮੈਂਡਮੈਂਟ ਹੋਇਆ ਸੀ 42ਵਾਂ ਅਮੈਂਡਮੈਂਟ। 42ਵੇਂ ਅਮੈਂਡਮੈਂਟ ਦੇ ਨਾਲ ਆ ਜਿਹੜਾ 1976 ਕੋਈ ਵੀ ਆਪਾਂ ਅਮੈਂਡਮੈਂਟ ਯਾਦ ਕਰਦੇ ਹਾਂ ਨਾ, ਉਹਦੇ ਨਾਲ ਈਅਰ ਜ਼ਰੂਰ ਯਾਦ ਰੱਖਿਆ ਕਰੋ, ਕਿਉਂਕਿ ਪੇਸ਼ੈਂਟ ਨਾ ਈਅਰ ਤੋਂ ਜ਼ਿਆਦਾ ਬਣਾ ਦਿੰਦੇ। ਪੁੱਛਣ ਲੱਗੀ 42ਵਾਂ ਜਿਹੜਾ ਅਮੈਂਡਮੈਂਟ ਹੈ ਕਦੋਂ ਹੋਇਆ ਸੀ? ਤਾਂ 1976 ਦੇ ਵਿੱਚ ਹੋਇਆ ਸੀ। ਤਾਂ ਐਂ ਡਾਇਰੈਕਟ ਯਾਦ ਕਰ ਲਓ। ਜੇ ਕਿਸੇ ਬੱਚੇ ਦੇ ਫਿਰ ਵੀ ਯਾਦ ਨਹੀਂ ਰਹਿੰਦਾ ਤਾਂ ਐਂ ਜੋੜ ਦਿਓ, 4 ਤੇ 2 ਕਿੰਨੇ ਹੁੰਦੇ? 6 ਤੇ 6 ਦੇ ਮਗਰ ਆ ਗਿਆ। ਠੀਕ ਹੈ, ਮਿੰਨੀ ਕੌਂਸਟੀਟਿਊਸ਼ਨ, ਕਿਉਂਕਿ ਇਹ ਜਿਹੜਾ 42ਵਾਂ ਸੰਸ਼ੋਧਨ ਹੋਇਆ ਸੀ, 42ਵਾਂ ਅਮੈਂਡਮੈਂਟ ਹੋਇਆ ਸੀ 1976 ਦੇ ਵਿੱਚ, ਇਹਦੇ ਵਿੱਚ ਇੰਨਾ ਹੀ ਮਤਲਬ ਚੇਂਜ ਕੀਤਾ ਗਿਆ ਸੀ ਕਿ ਇਹਨੂੰ ਇੱਕ ਮਿੰਨੀ ਕੌਂਸਟੀਟਿਊਸ਼ਨ ਦਾ, ਇਹ ਆਪਦੇ ਆਪ ਦੇ ਵਿੱਚ ਇੱਕ ਅਲੱਗ ਸੰਵਿਧਾਨ ਹੀ ਬਣ ਗਿਆ ਸੀ। ਠੀਕ ਹੈ, ਤਾਂ ਕਰਕੇ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਦਾ ਦਰਜਾ ਦਿੱਤਾ ਗਿਆ ਹੈਗਾ। ਕਿਹੜੇ ਸੰਵਿਧਾਨ ਦੇ ਤਹਿਤ ਜਿਹੜੇ ਆਪਣੇ ਮੂਲ ਅਧਿਕਾਰ ਹੈ, ਮੂਲ ਅਧਿਕਾਰ ਜਿਹੜੇ ਆਪਣੇ ਹੈਗੇ ਫੰਡਾਮੈਂਟਲ ਰਾਈਟ, ਉਹਨਾਂ ਨੂੰ 7 ਤੋਂ 6 ਕਰਤਾ। ਇਹ ਕਰਤਾ 44ਵੇਂ ਸੰਸ਼ੋਧਨ ਦੇ ਤਹਿਤ। ਕਿਹੜੇ ਸੰਸ਼ੋਧਨ ਦੇ ਤਹਿਤ? 44ਵੇਂ ਸੰਸ਼ੋਧਨ ਦੇ ਐਕਟ, 44ਵਾਂ ਅਮੈਂਡਮੈਂਟ ਹੋਇਆ ਸੀ ਜਿਹੜਾ। ਠੀਕ ਹੈ, ਉਹਦੇ ਤਹਿਤ ਕਿਹੜਾ ਕਰਤਾ ਸੀ ਇਹਨਾਂ ਦੇ ਵਿੱਚੋਂ? ਇਹਨਾਂ 'ਚੋਂ ਕਰਤਾ ਸੀ ਰਾਈਟ ਆਫ ਪ੍ਰੋਪਰਟੀ। ਰਾਈਟ ਆਫ ਪ੍ਰੋਪਰਟੀ ਕਰਤਾ ਸੀ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚੋਂ। ਪਹਿਲਾਂ ਆਪਣੇ ਫੰਡਾਮੈਂਟਲ ਰਾਈਟ 7 ਸੀ, ਬਾਅਦ ਵਿੱਚ ਇਹ 6 ਰਹਿ ਗਏ ਸੀ। ਠੀਕ ਹੈ, ਅਤੇ ਇਹ ਜਿਹੜਾ ਫੰਡਾਮੈਂਟਲ ਰਾਈਟ ਹੈ, ਰਾਈਟ ਆਫ ਪ੍ਰੋਪਰਟੀ ਕਰਤਾ, ਇਹ ਹੁਣ ਕਿਹੜੇ ਰਾਈਟ 'ਚ ਪਾਤਾ? ਇਹ ਹੁਣ ਪਾਤਾ ਲੀਗਲ ਰਾਈਟ ਦੇ ਵਿੱਚ। ਅਤੇ ਕਿਹੜੇ ਆਰਟੀਕਲ ਦੇ ਵਿੱਚ ਆ ਗਿਆ ਰਾਈਟ ਆਫ ਪ੍ਰੋਪਰਟੀ? ਹੁਣ 300A ਦੇ ਵਿੱਚ। ਇਹ ਕਿਹੜਾ ਨੰਬਰ ਹੁੰਦਾ ਸੀ ਉਹ ਟਾਈਮਾਂ ਦੇ ਵਿੱਚ? ਇਹਦਾ ਪਹਿਲਾਂ ਇਹ ਆਰਟੀਕਲ 31 ਕਿਹਾ ਜਾਂਦਾ ਸੀ। ਇਹਨੂੰ ਆਰਟੀਕਲ 31 ਕਿਹਾ ਜਾਂਦਾ ਸੀ ਰਾਈਟ ਆਫ ਪ੍ਰੋਪਰਟੀ ਨੂੰ। ਠੀਕ ਹੈ, ਇਹ ਤੁਹਾਨੂੰ ਕਰਵਾਵਾਂਗੇ, ਡਿਟੇਲ 'ਚ ਵੀ ਕਰਵਾਵਾਂਗੇ, ਟੈਨਸ਼ਨ ਲੈਣ ਦੀ ਲੋੜ ਨਹੀਂ, ਇੱਕ ਵਾਰੀ ਬੰਨ ਲੈਂਦਾ ਦੇਖ ਲਓ। ਇਸ ਤੋਂ ਬਾਅਦ ਜਿਹੜਾ 52ਵਾਂ ਸੰਵਿਧਾਨ ਸੰਸ਼ੋਧਨ ਕਿਸ ਨੂੰ ਸੂਚੀ ਦੇ ਵਿੱਚ ਰੱਖਿਆ ਗਿਆ ਹੈ? 52ਵਾਂ ਸੰਵਿਧਾਨ ਸੰਸ਼ੋਧਨ ਕਿਸ ਸੂਚੀ ਦੇ ਵਿੱਚ ਰੱਖਿਆ ਗਿਆ ਹੈਗਾ? ਇਹ ਰੱਖਿਆ ਗਿਆ 10ਵੀਂ ਅਨੁਸੂਚੀ ਦੇ ਵਿੱਚ। 10ਵੀਂ ਅਨੁਸੂਚੀ ਦੇ ਵਿੱਚ ਕੀ ਆ ਜਾਂਦਾ? 10ਵੀਂ ਅਨੁਸੂਚੀ ਦੇ ਵਿੱਚ ਆਪਣੇ ਦਲ ਬਦਲੀ ਆ ਜਾਂਦੀ ਹੈ। ਦਲ ਬਦਲੀ ਜਾਂ ਦਲ ਬਦਲੂ 10ਵੀਂ ਅਨੁਸੂਚੀ ਦੇ ਵਿੱਚ ਆਉਂਦੀ ਹੈ। ਤੁਸੀਂ ਦੇਖੋ ਕਿ ਜਿਵੇਂ ਹੁਣ ਤੁਸੀਂ ਦੇਖ ਰਹੇ ਹੋਗੇ ਵੋਟਾਂ ਵੇਲੇ ਕਾਂਗਰਸ ਵਾਲੇ ਅਕਾਲੀਆਂ 'ਚ ਰਲ ਜਾਂਦੇ, ਅਕਾਲੀਆਂ ਵਾਲੇ ਕਾਂਗਰਸ 'ਚ ਰਲ ਜਾਂਦੇ, ਉਹ ਰਲ ਜਾ ਕੇ ਆਪ 'ਚ ਰਲ ਜਾਂਦੇ ਆ, ਹੈ ਨਾ। ਐ ਤਿੰਨੇ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਰਲੀ ਜਾਂਦਾ, ਕੋਈ BJP 'ਚ ਰਲੀ ਜਾਂਦਾ। ਇਹ ਸਾਰਾ ਕੁਛ ਆਪਣੀ 10ਵੀਂ ਅਨੁਸੂਚੀ ਦੇ ਵਿੱਚ ਲਿਖਿਆ ਹੋਇਆ ਹੈਗਾ। ਇਸ ਤੋਂ ਬਾਅਦ ਜਿਹੜਾ 73ਵਾਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ, ਕਾਹਦੇ ਵਾਸਤੇ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਪੰਚਾਇਤੀ ਰਾਜ ਵਾਸਤੇ। ਠੀਕ ਹੈ, ਇਹ ਕੀਤਾ ਗਿਆ ਸੀ ਪੰਚਾਇਤੀ ਰਾਜ ਵਾਸਤੇ। ਅਤੇ ਇਹ ਕਦੋਂ ਹੋਇਆ ਸੀ? 1992 ਦੇ ਵਿੱਚ ਹੋਇਆ ਸੀ। ਅਤੇ ਇਹ ਕਿਹੜੀ ਅਨੁਸੂਚੀ ਹੈ? 11ਵੀਂ ਅਨੁਸੂਚੀ ਹੈ। ਪੰਚਾਇਤ ਆ ਜਾਂਦੀ ਹੈ 11ਵੀਂ ਅਨੁਸੂਚੀ ਦੇ ਵਿੱਚ, 73ਵੇਂ ਸੰਸ਼ੋਧਨ ਦੇ ਵਿੱਚ, ਅਤੇ 74ਵੇਂ ਸੰਸ਼ੋਧਨ ਦੇ ਵਿੱਚ ਆਪਣਾ ਕੀ ਆ ਜਾਂਦਾ ਗਾ? ਨਗਰ ਨਿਗਮ ਜੋੜਿਆ ਗਿਆ ਸੀ। ਠੀਕ ਹੈ, ਸ਼ਹਿਰੀ ਕੌਂਸਲ ਹੁੰਦੇ ਜਿਹੜੀ 12ਵੀਂ ਅਨੁਸੂਚੀ ਦੇ ਵਿੱਚ ਆ ਜਾਂਦੇ। ਈਅਰ ਦੋਨਾਂ ਦਾ ਸੇਮ ਹੀ ਹੈ, ਇਹਦਾ ਵੀ 1992 ਅਤੇ ਇਹਦਾ ਵੀ 1992। ਠੀਕ ਹੈ, 12ਵੀਂ ਅਨੁਸੂਚੀ ਦੇ ਵਿੱਚ ਤਾਂ ਆ ਜਾਂਦਾ ਆਪਣਾ ਨਗਰ ਨਿਗਮ 74ਵਾਂ ਸੰਸ਼ੋਧਨ, ਅਤੇ 1992 ਦੇ ਵਿੱਚ 11ਵੀਂ ਅਨੁਸੂਚੀ ਦੇ ਵਿੱਚ ਆ ਜਾਂਦਾ ਆਪਣਾ ਪੰਚਾਇਤੀ ਰਾਜ 73ਵਾਂ ਸੰਸ਼ੋਧਨ। ਠੀਕ ਹੈ ਜੀ, ਹੁਣ ਚੱਲਦੇ ਹਾਂ ਅੱਗੇ। ਮੰਤਰੀ ਪ੍ਰਤੀਸ਼ਤ ਦੇ ਨਾਲ ਕਿਹੜਾ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ? ਜਿਹੜੀ ਮੰਤਰੀ ਹੁੰਦਾ ਕੋਈ ਵੀ ਜਿਹੜੀ ਪ੍ਰੀਸ਼ਦ ਹੁੰਦੀ ਹੈ ਉਹਦੇ ਨਾਲ ਕਦਮਾ ਸੰਸ਼ੋਧਨ। ਠੀਕ ਹੈ, ਯਾਦ ਕਰ ਲਿਓ। ਇਸ ਤੋਂ ਬਾਅਦ ਕਿਹੜੇ ਸੰਸ਼ੋਧਨ ਦੇ ਤਹਿਤ ਭਾਸ਼ਾਵਾਂ ਦੀ ਗਿਣਤੀ ਵਧਾ ਕੇ 22 ਕੀਤੀ ਗਈ ਸੀ? 92ਵਾਂ ਜਿਹੜਾ ਸੰਸ਼ੋਧਨ ਹੋਇਆ ਸੀ ਆਪਣਾ 92 ਅਮੈਂਡਮੈਂਟ, ਉਹਦੇ ਤਹਿਤ। ਠੀਕ ਹੈ, 92ਵਾਂ ਜਿਹੜਾ ਅਮੈਂਡਮੈਂਟ ਹੋਇਆ ਸੀ ਉਹਦੇ ਤਹਿਤ ਭਾਸ਼ਾਵਾਂ ਦੀ ਗਿਣਤੀ ਵਧਾ ਕੇ 22 ਕਰਤੀ ਸੀ। ਠੀਕ ਹੈ, ਅਤੇ ਜਿਹੜੀ ਆਪਣੀਆਂ ਇਹ ਕਿਹੜੀ ਅਨੁਸੂਚੀ ਦੇ ਵਿੱਚ ਆਉਂਦੀਆਂ? ਆਪਣੀਆਂ ਭਾਸ਼ਾਵਾਂ 8ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ ਆਪਣੀਆਂ, ਅਤੇ ਇੰਗਲਿਸ਼ ਇਹਨਾਂ ਦਾ ਪਾਰਟ ਨਹੀਂ ਹੈਗਾ, ਮੈਂ ਕਰਵਾ ਕੇ ਗਿਆ ਹੋਇਆਗਾ। ਉਹ ਕਿਹੜੀ ਪ੍ਰਕਿਰਿਆ ਨੂੰ ਸੰਵਿਧਾਨ ਸੰਸ਼ੋਧਨ ਦੇ ਤਹਿਤ ਬਦਲਿਆ ਜਾ ਸਕਦਾ? ਰਾਸ਼ਟਰਪਤੀ ਚੁਣਾਵ ਨੂੰ। ਠੀਕ ਹੈ, ਕਿਹੜੇ ਸੰਸ਼ੋਧਨ ਦੇ ਤਹਿਤ ਸਮਾਜਵਾਦੀ ਸ਼ਬਦ ਨੂੰ ਪ੍ਰਸਤਾਵਨਾ ਦੇ ਵਿੱਚ ਜੋੜਿਆ ਗਿਆ ਸੀ? 42ਵੇਂ ਅਮੈਂਡਮੈਂਟ ਦੇ ਤਹਿਤ। ਠੀਕ ਹੈ, ਪ੍ਰਸਤਾਵਨਾ ਸ਼ਬਦ ਜੋੜਤਾ ਸੀ ਵਿੱਚ। ਜਿਹੜਾ ਪ੍ਰਸਤਾਵਨਾ ਨਾ, ਇਹਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ। ਇਹ ਗੱਲ ਯਾਦ ਰੱਖਿਆ, ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ? ਪ੍ਰਸਤਾਵਨਾ ਨੂੰ। ਇਹਦੇ ਵਿੱਚ ਮਤਲਬ ਡੈਫੀਨੇਸ਼ਨ ਦਿੱਤੀ ਹੋਈ ਹੈ ਸੰਵਿਧਾਨ ਦੀ। ਕੈਬਨਿਟ ਮਿਸ਼ਨ ਕਦੋਂ ਆਇਆ ਸੀ? ਕੈਬਨਿਟ ਮਿਸ਼ਨ ਆਇਆ ਸੀ 1946 ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਅੱਗੇ ਆ ਗਿਆ ਕਹਿੰਦੇ ਜੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਨਿਰਧਾਰਿਤ ਕੀਤੀ ਗਈ ਸੀ? ਇਹ ਕੀਤੀ ਗਈ ਸੀ 399। ਜਿਹੜਾ ਆਪਣਾ ਸੰਵਿਧਾਨ ਬਣ ਰਿਹਾ ਸੀ, ਜਦੋਂ ਆਪਣਾ ਸੱਚੀ ਦਾ ਆਨੰਦ ਸੀ ਜਿਹੜਾ, ਇਹਨੂੰ ਅਸਥਾਈ
ਪ੍ਰਧਾਨ ਬਣਾਤਾ ਸੀ। ਅਸਥਾਈ ਦਾ ਮਤਲਬ ਕਿ ਪੱਕਾ ਨਹੀਂ ਬਣਾਇਆ ਸੀ, ਕੱਚਾ ਬਣਾਇਆ ਸੀ ਇਹਨੂੰ, ਕਿਉਂਕਿ ਸਭ ਤੋਂ ਵੱਡੀ ਉਮਰ ਦਾ ਸੀ ਤਾਂ ਬਣਾਇਆ ਸੀ। ਠੀਕ ਹੈ, ਤਾਂ ਉਦੋਂ ਕਿੰਨੇ ਮੈਂਬਰ ਬੁਲਾਏ ਗਏ ਸੀ? 399 ਮੈਂਬਰ ਬੁਲਾਏ ਗਏ ਸੀ, ਅਤੇ ਇਹਦੇ ਵਿੱਚ ਹੈਦਰਾਬਾਦ ਸਟੇਟ ਨੇ ਭਾਗ ਨਹੀਂ ਲਿੱਤਾ ਸੀ। ਸੰਵਿਧਾਨ ਸਭਾ ਦਾ ਸਲਾਹਕਾਰ ਕਿਸ ਨੇ ਨਿਯੁਕਤ ਕੀਤਾ ਸੀ? ਸੰਵਿਧਾਨ ਸਭਾ ਦਾ ਸਲਾਹਕਾਰ, ਠੀਕ ਹੈ, ਐਡਵਾਈਜ਼ਰ, ਇਹ ਕੀਤਾ ਗਿਆ ਸੀ BN ਰਾਓ। ਠੀਕ ਹੈ, ਸੰਵਿਧਾਨ ਸਭਾ ਦੇ ਵਿੱਚ ਡਰਾਫਟ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਸੰਵਿਧਾਨ ਸਭਾ ਦੇ ਵਿੱਚ ਸੰਘ ਕਮੇਟੀ ਦਾ ਪ੍ਰਧਾਨ ਕੌਣ ਸੀ? ਜਵਾਹਰ ਲਾਲ ਨਹਿਰੂ। ਸੰਵਿਧਾਨ ਸਭਾ ਦੀ ਸੂਬਾ ਕਮੇਟੀ ਦਾ ਪ੍ਰਧਾਨ ਕੌਣ ਸੀ? ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ, ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈਗਾ। ਅਤੇ ਇਹ ਅਨੁਸੂਚਿਤ ਕਮੇਟੀ ਮੌਲਿਕ ਅਧਿਕਾਰ ਕਮੇਟੀ ਦਾ ਵੀ ਸੀ। ਠੀਕ ਹੈ, ਸੰਵਿਧਾਨ ਸਭਾ ਦੇ ਵਿੱਚ ਨੀਤੀ ਨਿਰਦੇਸ਼ਕ ਵਿੱਚ ਝੰਡਾ ਕਮੇਟੀ, ਵੈਰੀ ਵੈਰੀ ਇੰਪੋਰਟੈਂਟ, ਝੰਡਾ ਕਮੇਟੀ ਦਾ ਪ੍ਰਧਾਨ ਕਿਹੜਾ ਸੀ? ਇਸ ਨੂੰ ਕਰਵਾਇਆ ਹੋਇਆ ਜਿਹਨੂੰ ਆਪਾਂ ਫਲੈਗ ਕਮੇਟੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹਦਾ ਹੈਗਾ ਸੀ ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ, ਡਾਕਟਰ ਰਜਿੰਦਰ ਪ੍ਰਸਾਦ ਸੀ ਝੰਡਾ ਕਮੇਟੀ ਦਾ ਪ੍ਰਧਾਨ। ਠੀਕ ਹੈ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਇਸ ਤੋਂ ਬਾਅਦ ਇੱਕ ਮੀਟਿੰਗ ਹੋਈ ਸੀ ਇਹਨਾਂ ਦੀ 11 ਦਸੰਬਰ ਨੂੰ 1946 ਨੂੰ। ਉਦੋਂ ਇਹਨਾਂ ਨੇ ਕਿਹੜਾ ਲਾਤਾ ਸੀ? ਰਜਿੰਦਰ ਪ੍ਰਸਾਦ ਲਾਤਾ ਸੀ ਪੱਕਾ। ਇਸ ਤੋਂ ਬਾਅਦ 13 ਦਸੰਬਰ ਨੂੰ ਓਬਜੈਕਟਿਵ ਰੈਜੂਲੇਸ਼ਨ ਪਾਸ ਕੀਤਾ ਗਿਆ ਸੀ, ਕਿਹਦੇ ਦੁਆਰਾ? ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ। ਠੀਕ ਹੈ, ਡੇਟਾ ਸਾਰੀਆਂ ਯਾਦ ਕਰ ਲਿਆ ਕਰੋ। ਭਾਰਤੀ ਸੰਵਿਧਾਨ ਦੇ ਵਿੱਚ ਕੁੱਲ ਕਿਤਨੇ ਅਧਿਵੇਸ਼ਨ ਹੋਏ ਹਨ? 12 ਹੋਏ ਹਨ, ਜੋ ਆਜ਼ਾਦੀ ਤੋਂ ਪਹਿਲਾਂ 11 ਸੀ। ਠੀਕ ਹੈ, ਭਾਰਤ ਨੂੰ ਇੱਕ ਸੰਵਿਧਾਨ ਦੇਣ ਦਾ ਉਦੇਸ਼ ਪ੍ਰਸਤਾਵ ਕਦੋਂ ਪਾਸ ਹੋਇਆ ਸੀ? 22 ਜਨਵਰੀ 1947 ਦੇ ਵਿੱਚ ਹੋਇਆ ਸੀ ਕਿ ਭਾਰਤ ਨੂੰ ਇੱਕ ਸੰਵਿਧਾਨ ਦਿੱਤਾ ਜਾਊਗਾ, ਉਦੇਸ਼ ਪਾਸ ਕਰਤਾ ਸੀ। ਠੀਕ ਹੈ, ਸੰਵਿਧਾਨ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਿਆ ਸੀ? ਠੀਕ ਹੈ, ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਸੀ, ਅਤੇ ਬਣਨ ਦੇ ਵਿੱਚ 64 ਲੱਖ ਰੁਪਈਆ ਖਰਚਾ ਆਇਆ ਸੀ। ਰਾਸ਼ਟਰੀ ਝੰਡੇ ਨੂੰ ਕਦੋਂ ਅਪਣਾਇਆ ਗਿਆ ਸੀ? 22 ਜੁਲਾਈ 1947 ਨੂੰ ਰਾਸ਼ਟਰੀ ਝੰਡੇ ਨੂੰ ਅਪਣਾਇਆ ਗਿਆ ਸੀ। ਠੀਕ ਹੈ, ਰਾਸ਼ਟਰੀ ਗੀਤ ਅਤੇ ਗਾਨ ਨੂੰ ਕਦੋਂ ਅਪਣਾਇਆ ਗਿਆ ਸੀ? 24 ਜਨਵਰੀ 1950 ਨੂੰ ਅਪਣਾਇਆ ਗਿਆ ਸੀ। ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ ਸੀ? 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। ਅਪਣਾਇਆ ਨਹੀਂ ਗਿਆ ਸੀ, ਹਾਂ ਅਪਣਾਇਆ ਗਿਆ ਸੀ, ਅਤੇ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ। ਇੱਥੇ ਆਪਾਂ ਅਡੋਪਟ ਕਰ ਲਿਆ ਸੀ ਇਹਨੂੰ, ਇੱਥੇ ਆਪਾਂ ਲਾਗੂ ਕਰਤਾ ਸੀ। ਅਤੇ 24 ਜਨਵਰੀ ਨੂੰ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਦੋਨੇ ਅਪਣਾਏ ਸੀ। ਠੀਕ ਹੈ, ਰਾਸ਼ਟਰੀ ਗਾਨ ਕਿਹੜਾ ਗਾ? ਜਨ ਗਣ ਮਨ। ਅਤੇ ਰਾਸ਼ਟਰੀ ਗੀਤ ਕਿਹੜਾ? ਬੰਦੇ ਮਾਤਰਮ। ਬੰਦੇ ਮਾਤਰਮ ਗੀਤ ਸਭ ਤੋਂ ਪਹਿਲਾਂ ਗਾਇਆ ਗਿਆ ਸੀ 1896 ਦੇ ਵਿੱਚ। ਕਿਹਨੇ ਗਾਇਆ ਸੀ? ਬਿਕਰਮ ਚੰਦਰ ਚੈਟਰਜੀ ਨੇ, ਕਲਕੱਤਾ ਦੇ ਵਿੱਚ। ਅਤੇ ਜਨ ਗਣ ਮਨ ਇਹ 1911 ਦੇ ਵਿੱਚ ਗਾਇਆ ਗਿਆ ਸੀ। ਇਹ ਗਾਇਆ ਸੀ ਰਵਿੰਦਰ ਟੈਗੋਰ ਨੇ, ਅਤੇ ਇਹ ਕਿੱਥੇ ਗਾਇਆ ਗਿਆ ਸੀ? ਕਲਕੱਤਾ ਦੇ ਵਿੱਚ। ਠੀਕ ਹੈ, ਸੰਵਿਧਾਨ ਸਭਾ ਦਾ ਆਦੇਸ਼ ਪ੍ਰਸਤਾਵ ਕਿਸ ਨੇ ਲਿਆਂਦਾ ਸੀ? ਜਵਾਹਰ ਲਾਲ ਨਹਿਰੂ ਨੇ, ਜਿਹਨੂੰ ਆਪਾਂ ਓਬਜੈਕਟਿਵ ਰੈਜੂਲੇਸ਼ਨ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਹੈ? BR ਅੰਬੇਦਕਰ ਨੂੰ। ਦੇਸ਼ ਦੀ ਵੰਡ ਨੂੰ ਮਨਜ਼ੂਰੀ ਕਿਸ ਯੋਜਨਾ ਦੇ ਆਧਾਰ 'ਤੇ ਦਿੱਤੀ ਗਈ ਸੀ? ਮਾਊਂਟ ਬੈਟਨ ਯੋਜਨਾ। ਠੀਕ ਹੈ, ਡਾਕਟਰ ਰਜਿੰਦਰ ਪ੍ਰਸਾਦ ਨੂੰ ਕਦੋਂ ਰਾਸ਼ਟਰਪਤੀ ਚੁਣਿਆ ਗਿਆ? 24 ਜਨਵਰੀ 1950 ਨੂੰ ਚੁਣਿਆ ਗਿਆ ਸੀ। ਠੀਕ ਹੈ ਜੀ, ਸੰਵਿਧਾਨ ਲਾਗੂ ਹੋਣ ਤੋਂ 2 ਦਿਨ ਪਹਿਲਾਂ। ਆਹ ਡੇਟਾ ਐਜ਼ ਇਟ ਯਾਦ ਕਰ ਲਿਓ। ਸੰਵਿਧਾਨ ਨਿਰਮਾਣ ਲਈ ਕੁੱਲ ਕਮੇਟੀਆਂ ਕਿੰਨੀਆਂ ਬਣਾਈਆਂ ਗਈਆਂ ਸੀ? ਸੰਵਿਧਾਨ ਸਭਾ ਲਈ ਕੁੱਲ 13 ਕਮੇਟੀਆਂ ਬਣਾਈਆਂ ਗਈਆਂ ਸੀ। ਯਾਦ ਕਰ ਲਿਓ, 8 ਮੁੱਖ ਸੀ ਅਤੇ 5 ਉਪ ਮੁੱਖ ਸੀ। ਕਹਿੰਦਾ ਮਤਲਬ 5 ਨਾਲ ਛੋਟੀਆਂ ਛੋਟੀਆਂ ਬਣਾਈਆਂ ਗਈਆਂ ਸੀ, ਮੇਨ 8 ਹੀ ਸੀ। ਤੁਸੀਂ ਸਾਰੀਆਂ ਯਾਦ ਕਰਨੀਆਂ, 13 ਦੀਆਂ 13 ਕਮੇਟੀਆਂ। ਭਾਰਤ ਦੇ ਪਹਿਲੇ ਉਪ ਮੰਤਰੀ ਦੇਖੋ, ਇਹਨਾਂ ਨੇ ਇੱਥੇ ਲਿਖਣਾ ਭੁੱਲ ਗਿਆ ਬੱਚਾ। ਭਾਰਤ ਦੇ ਵਿੱਚ ਪਹਿਲਾ ਵੱਲਭ ਭਾਈ ਪਟੇਲ ਕੌਣ ਸੀ? ਦੱਸੋ, ਵੱਲਭ ਭਾਈ ਪਟੇਲ ਕੀ ਸੀ? ਪਹਿਲਾ ਪ੍ਰਧਾਨ ਮੰਤਰੀ ਸੀ, ਉਪ ਪ੍ਰਧਾਨ ਮੰਤਰੀ ਸੀ ਕਿ ਉਪ ਰਾਸ਼ਟਰਪਤੀ ਸੀ? ਇਹ ਉਪ ਪ੍ਰਧਾਨ ਮੰਤਰੀ ਸੀ, ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ ਜੀ, ਅਤੇ ਇੱਥੇ ਪ੍ਰਧਾਨ ਮੰਤਰੀ ਆਉਣਾ ਸੀ। ਰਾਜ ਗ੍ਰਾਮ ਪੰਚਾਇਤ ਦਾ ਗਠਨ ਕਿਸ ਆਰਟੀਕਲ ਦੇ ਵਿੱਚ ਆਉਂਦਾ? 40 ਦੇ ਵਿੱਚ ਆਉਂਦਾ। ਸਿਰਫ ਗਠਨ ਦੀ ਗੱਲ ਕੀਤੀ ਗਈ ਹੈ ਆਰਟੀਕਲ ਦੇ ਵਿੱਚ 40 ਦੇ ਵਿੱਚ। 40 ਦੇ ਵਿੱਚ ਕਿਹੜਾ? ਜਿਹੜੇ DPSP ਆ ਜਾਂਦੇ ਆਪਣੇ, ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਆਫ ਪੋਲਿਸੀ, ਜਿਹੜੇ ਕਿ ਆਪਣੇ 36 ਤੋਂ 51। ਠੀਕ ਹੈ, 36 ਤੋਂ 51 ਆ ਜਾਂਦੇ ਇਹ। ਅਤੇ ਇਸ ਤੋਂ ਬਾਅਦ 36 ਤੋਂ 51, ਅਤੇ ਇਸ ਤੋਂ ਬਾਅਦ 40। ਠੀਕ ਹੈ, ਵੈਸੇ ਤਾਂ ਪੰਚਾਇਤ ਦੀ ਗੱਲ 243 ਦੇ ਵਿੱਚ ਆਉਂਦੀ ਹੈ, ਅਤੇ ਇਹਦੇ ਵਿੱਚ ਸਿਰਫ ਵੈਸੇ ਦੱਸਿਆ ਗਿਆ ਸੀ, ਜਿਹੜੀ ਡਿਟੇਲ ਆ ਉਹ 243 ਦੇ ਵਿੱਚ ਦਿੱਤੀ ਹੋਈ ਇਹਨਾਂ ਦੀ। ਭਾਰਤ ਵਿੱਚ ਪੰਚਾਇਤੀ ਰਾਜ ਦਾ ਜਨਕ ਕਿਸ ਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਲਾਰਡ ਰਿਪਨ ਨੂੰ। ਪੰਚਾਇਤਾਂ ਜਿਹੜੀਆਂ ਬਣਾਈਆਂ ਸੀ ਇਹ ਲਾਰਡ ਰਿਪਨ ਨੇ ਬਣਾਈਆਂ ਸੀ। ਅਤੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਕਿੱਥੇ ਬਣਿਆ ਸੀ? ਰਾਜਸਥਾਨ ਦੇ ਵਿੱਚ। ਕਦੋਂ ਬਣਿਆ ਸੀ ਤੁਸੀਂ ਦੱਸਣਾ? 58 ਦੇ ਵਿੱਚ ਬਣਿਆ ਸੀ ਕਿ 1959 ਦੇ ਵਿੱਚ ਬਣਿਆ ਸੀ? ਇਹ ਤੁਸੀਂ ਦੱਸਿਓ। 3 ਪੱਧਰੀ ਪੰਚਾਇਤੀ ਰਾਜ ਵਿਵਸਥਾ ਦਾ ਸੁਝਾਅ ਕਿਸ ਨੇ ਦਿੱਤਾ ਸੀ? ਕਿ ਮਤਲਬ ਇੱਕ ਪੰਜਾਬ ਪੱਧਰ, ਇੱਕ ਤਾਂ ਆਪਣੇ ਲੈਵਲ 'ਤੇ, ਜਿਵੇਂ ਇੱਕ 3 ਨਹੀਂ ਹੁੰਦੇ, ਪੰਚਾਇਤੀ ਰਾਜ ਹੁੰਦਾ। ਠੀਕ ਹੈ, ਨਗਰ ਪੰਚਾਇਤ, ਪੰਚਾਇਤੀ ਰਾਜ ਅਤੇ ਜ਼ਿਲ੍ਹਾ ਪ੍ਰਤੀਸ਼ਤ। ਇਹ 3 ਜਿਹੜੇ ਦਿੱਤੇ ਸੀ, ਇਹ ਕਿਹਨੇ ਦਿੱਤੇ? ਬਲਵੰਤ ਰਾਏ ਕਮੇਟੀ ਨੇ ਕਿਹਾ ਸੀ ਕਿ 3 ਹਿੱਸੇ ਹੋਣੇ ਚਾਹੀਦੇ ਇਹਦੇ।
ਪੰਚਾਇਤੀ ਰਾਜ ਵਿਵਸਥਾ ਦੀ ਸ਼ੁਰੂਆਤ ਕਿਸ ਰਾਜ ਤੋਂ ਹੋਈ ਸੀ? ਰਾਜਸਥਾਨ ਦੇ ਵਿੱਚ ਹੋਈ ਸੀ, ਉਹਨੂੰ ਦੱਸਤਾ। 1959 ਦੇ ਵਿੱਚ ਹੋਈ ਸੀ, ਨਗੌਰ ਤੋਂ ਹੋਈ ਸੀ, ਅਤੇ ਦੂਜੇ ਨੰਬਰ 'ਤੇ ਆਂਧਰਾ ਪ੍ਰਦੇਸ਼ ਦੇ ਵਿੱਚ। ਠੀਕ ਹੈ। ਅਤੇ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ 1953 ਦੇ ਵਿੱਚ ਕਿਹੜਾ ਵੱਖ ਕੀਤਾ ਸੀ? ਆਂਧਰਾ ਪ੍ਰਦੇਸ਼। ਅਸ਼ੋਕ ਮਹਿਤਾ ਕਮੇਟੀ ਕਦੋਂ ਆਈ ਸੀ? ਇਹ 1977 ਦੇ ਵਿੱਚ ਆਈ ਸੀ। ਠੀਕ ਹੈ। ਇਸ ਨੂੰ ਦੋ ਪੱਧਰੀ ਸੁਝਾਅ ਦਾ ਮੰਡਲ ਇਹਨੇ ਦਿੱਤੇ। ਪੰਚਾਇਤੀ ਰਾਜ ਵਿੱਚ ਕਹਿੰਦਾ ਦੋ ਪੱਧਰੀ ਮੰਡਲ ਹੋਣਾ ਚਾਹੀਦਾ, ਇਹ ਕਿਹਨੇ ਕਿਹਾ ਸੀ? ਅਸ਼ੋਕ ਮਹਿਤਾ ਨੇ। ਅਤੇ ਬਲਵੰਤ ਰਾਏ ਨੇ ਕਿਹਨੇ ਕਿਹਾ ਸੀ ਕਿ 3 ਪੱਧਰ ਹੋਣੇ ਚਾਹੀਦੇ ਆ। ਇਸ ਤੋਂ ਬਾਅਦ PVA ਰਾਈ ਸਮਿਤੀ ਨੇ ਕਿੰਨੇ ਸੁਝਾਅ ਦਿੱਤੇ? 4। ਠੀਕ ਹੈ। ਵਿਕਾਸ ਪ੍ਰਤੀਸ਼ਤ, ਜ਼ਿਲ੍ਹਾ ਪ੍ਰਤੀਸ਼ਤ, ਮਾਨਟਰੀ ਪ੍ਰਤੀਸ਼ਤ, ਗ੍ਰਾਮ ਪ੍ਰਤੀਸ਼ਤ। ਪੰਚਾਇਤ ਰਾਜ ਸੰਸਥਾਵਾਂ ਨੂੰ ਸੰਵਿਧਾਨ ਵਿੱਚ ਕਦੋਂ ਜੋੜਿਆ ਗਿਆ ਸੀ? 1993 ਦੇ ਵਿੱਚ 77ਵੇਂ ਸੰਸ਼ੋਧਨ ਬਾਰੇ ਕਰਕੇ ਗਏ ਆਪਾਂ। 1992 ਲਾ ਲਿਓ ਉੱਥੇ। ਜੇਕਰ ਪੰਚਾਇਤੀ ਭੰਗ ਹੁੰਦੀ ਹੈ ਤਾਂ ਕਿੰਨੇ ਸਮੇਂ ਵਿੱਚ ਪੁਨਰ ਨਿਰਵਾਚਨ ਹੋਣਾ ਚਾਹੀਦਾ? ਜੇ ਪੰਚਾਇਤ ਭੰਗ ਹੁੰਦੀ ਹੈ ਤਾਂ 6 ਮਹੀਨੇ। ਸਾਰੇ ਜੀ 6 ਮਹੀਨੇ ਹੁੰਦਾ। ਪੰਚਾਇਤ ਚੋਣਾਂ ਕੌਣ ਕਰਵਾਉਂਦਾ ਹੈ? ਇਹ ਰਾਜ ਸਰਕਾਰ ਕਰਵਾਉਂਦੀ ਹੈ, ਅਤੇ ਜਿਹੜਾ ਸਟੇਟ ਚੋਣ ਕਮਿਸ਼ਨ ਕਰਵਾਉਂਦਾ ਹੈ। ਠੀਕ ਹੈ। ਸਟੇਟ ਚੋਣ ਕਮਿਸ਼ਨ, ਇਹ ਗੱਲ ਯਾਦ ਰੱਖਣੀ ਹੈ। ਗ੍ਰਾਮ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ? ਸਰਪੰਚ। ਅਤੇ ਪੰਚਾਇਤੀ ਰਾਜ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ ਦਾ। ਠੀਕ ਹੈ ਜੀ। ਅਤੇ ਆਪਾਂ ਕੱਲ੍ਹ ਨੂੰ ਕਰਾਂਗੇ, ਇੰਨੇ ਬਹੁਤ ਹੈ। ਠੀਕ ਹੈ। ਦਿਮਾਗ ਨਾਲ ਹਿੱਲ ਜੇ ਫਿਰ ਤੁਹਾਡਾ, ਅਤੇ ਇੰਨੇ ਕਰ ਲਿਓ ਧਿਆਨ ਨਾਲ। ਅਤੇ ਬਹੁਤ ਵਧੀਆ ਢੰਗ ਨਾਲ ਨੋਟਸ ਤਿਆਰ ਕੀਤੇ ਹੋਏ ਆ। ਠੀਕ ਹੈ ਜੀ। ਅਤੇ ਇਹ ਕਰ ਲਿਓ ਬੱਚਿਓ ਸਾਰੇ। ਅਤੇ ਦੂਸਰੀ ਗੱਲ, ਪੜ੍ਹਾਈ ਛੱਡੋ ਨਾ। ਜਿੰਨਾ ਚੰਗਾ ਤਰੀਕੇ ਨਾਲ ਪੜ੍ਹਾਈ ਕਰੋਗੇ ਉਨੀ ਤੁਹਾਡਾ ਫਾਇਦਾ ਹੈਗਾ। ਠੀਕ ਹੈ। ਬਹੁਤ ਮਿਹਨਤ ਲੱਗਦੀ ਹੈ ਨੋਟਸ ਬਣਾਉਣ 'ਤੇ। ਠੀਕ ਹੈ। ਅਤੇ ਉਹ ਹੁਣ ਆਪਾਂਗਾ ਕਿ ਇਹਨਾਂ ਦਾ ਮੁੱਲ ਮੋੜਨਾ ਕਿ ਨਹੀਂ ਮੋੜਨਾ। ਠੀਕ ਹੈ। ਚੰਗੀ ਤਰ੍ਹਾਂ ਲੱਗੇ ਰਹੋ। ਮੈਥ 'ਤੇ ਵੀ ਲੈਕਚਰ ਲਾਵਾਂਗੇ ਆਪਾਂ ਚੰਗੇ ਪੂਰੇ ਵਧੀਆ ਤਰੀਕੇ ਨਾਲ। ਅਤੇ ਪੇਪਰ 'ਚ ਅਸੀਂ ਟਾਈਮ ਪਿਆ, ਕੋਈ ਗੱਲ ਨਹੀਂ, ਹੌਲੀ ਹੌਲੀ ਠੰਡੇ ਮੱਥੇ ਨਾਲ ਚੱਲਾਂਗੇ ਆਪਾਂ। ਠੀਕ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਦਿਲ ਕਰਦਾ ਤਾਂ। ਜੇ ਨਹੀਂ ਕਰਦਾ ਤਾਂ ਵੀ ਕੋਈ ਚੱਕਰ ਨਹੀਂ। ਅਤੇ ਯਾਰ ਮੈਨੂੰ ਇੰਸਟਾ 'ਤੇ ਵੀ ਫੋਲੋ ਕਰ ਲਿਆ ਕਰੋ ਨਾ। ਭੁੱਲਰ 3518 ਆਪਣੀ ID ਹੈ। ਠੀਕ ਹੈ। ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ, ਫੋਲੋ ਕਰ ਲਿਓ ਆਪਾਂ ਨੂੰ। ਠੀਕ ਹੈ। ਅਤੇ ਧੰਨਵਾਦ ਮੇਰੇ ਦੋਸਤੋ। ਜਿਉਂਦੇ ਵੱਸਦੇ ਰਹੋ ਭਾਈ।